ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਤਿਸ ਆਗੈ ਰਹਿ ਰਾਸ ਹਮਾਰੀ, ਸਾਚਾ ਅਪਰ ਅਪਾਰੋ। ਮਸਤਕ ਕਾਟ ਧਰੀ ਤਿਸ ਆਗੈ, ਤਨ ਮਨ ਆਗੈ ਦਿਓ। ਨਾਨਕ ਸੰਤ ਮਿਲੈ ਸਚ ਪਾਈਐ, ਸਹਿਜ ਭਾਏ ਜਸ ਲਿਓ। ਗੜ੍ਹ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭ ਨਿਵਾਇਆ। ਸਿੱਧ 84 ਮੰਡਲੀ, ਖਟ ਦਰਸ਼ਨ ਪਾਖੰਡ ਜਿਣਾਇਆ। ਪਾਤਾਲਾ ਆਕਾਸ ਲਖ, ਜਿੱਤੀ ਧਰਤੀ ਜਗਤ ਸਮਾਇਆ। ਜਿੱਤੀ ਨਵਖੰਡ ਮੇਦਨੀ, ਸਤਿਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਤ ਸਭ, ਚਿਤ ਗੁਪਤ ਸਭ ਚਰਨੀ ਲਾਇਆ। ਇੰਦਰਾਸਣ ਅਪਸ਼ਰਾ, ਰਾਗ ਰਾਗਨੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉ ਕਰ ਬਾਤਾ ਸਰਪਨ ਖਾਤਾ, ਕਿਉ ਕਰ ਕੋਇਆ ਕਿਉ ਕਰ ਲਾਗਾ। ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ। ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ। ਕਿਉ ਕਰ ਬਾਤਾ ਸਰਪਨ ਖਾਤਾ, ਕਿਉ ਕਰ ਖੋਇਆ ਕਿਉ ਕਰ ਲਾਦਾ। ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ। ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ, ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਉਪਰੰਤ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਹੋਏ। ਮਹਾਰਾਜ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਲੜੀਵਾਰ ਰੂਪ ਵਿੱਚ ਜਗਤ ਗੁਰੂ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਅੰਮ੍ਰਿਤਮਈ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਿੱਧ ਗੋਸ਼ਟ ਬਾਣੀ ਦੇ ਅੰਦਰ ਜੋ ਸਿੱਧਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਗੋਸ਼ਟੀ ਹੋਈ ਹੈ, ਸਿੱਧਾਂ ਦੇ ਸਵਾਲ ਗੁਰੂ ਸਾਹਿਬ ਜੀ ਦੇ ਜਵਾਬ ਹੋਏ। ਸਿੱਧਾਂ ਨੇ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਨ ਕੀਤੇ, ਗੁਰੂ ਸਾਹਿਬ ਜੀ ਨੇ ਉੱਤਰ ਦਿੱਤੇ। ਇਸ ਮੇਰ ਪਰਬਤ ਦੇ ਉੱਤੇ ਸਿੱਧਾਂ ਦੇ ਨਾਲ ਗੋਸ਼ਟੀ ਹੋਈ ਹੈ, ਗਿਆਨ ਚਰਚਾ ਹੋਈ ਹੈ, ਔਰ ਹੋਰ ਵੀ ਵੱਖ-ਵੱਖ ਥਾਵਾਂ 'ਤੇ ਜਿਵੇਂ ਅਚਲ ਬਟਾਲੇ ਦੀ ਧਰਤੀ 'ਤੇ ਵੀ ਸਿੱਧਾਂ ਦੇ ਨਾਲ ਗੋਸ਼ਟ ਹੋਈ ਹੈ। ਤੋ ਇਹ ਸਿੱਧ ਗੋਸ਼ਟ ਬਾਣੀ ਜੋ ਮਹਾਰਾਜ ਸਾਹਿਬ ਜੀ ਨੇ ਫਿਰ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਬਾਬਾ ਲਹਿਣਾ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਬੇਨਤੀ ਕਰਨ ਤੋਂ ਇਹ ਮਹਾਰਾਜ ਜੋ ਸਿੱਧਾਂ ਦੇ ਨਾਲ ਆਪ ਜੀ ਦੀ ਗਿਆਨ ਵਿਚਾਰ ਹੋਈ ਹੈ, ਸਿੱਧਾਂ ਨੇ ਜੋ ਆਪ ਜੀ ਨੂੰ ਸਵਾਲ ਕੀਤੇ, ਆਪ ਜੀ ਨੇ ਉੱਤਰ ਦਿੱਤੇ, ਉਹ ਕਿਰਪਾ ਕਰਕੇ ਆਪ ਜੀ ਦੱਸੋ। ਤਾਂ ਫਿਰ ਮਹਾਰਾਜ ਨੇ ਇਹ ਬਾਣੀ ਉਚਾਰਨ ਕਰਕੇ ਉਹਨਾਂ ਸਾਰੇ ਸਵਾਲਾਂ ਜਵਾਬਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ। ਔਰ ਇਹ 73 ਪੌੜੀਆਂ ਵਾਲੀ ਅੰਮ੍ਰਿਤ ਬਾਣੀ ਹੈ, ਸਿੱਧ ਗੋਸ਼ਟ ਦੀ ਬਾਣੀ, ਜਿਸ ਵਿੱਚੋਂ ਸਾਧ ਸੰਗਤ ਜੀ 13 ਪੌੜੀਆਂ ਦੀ ਪਿੱਛੇ ਵਿਚਾਰ ਹੋ ਚੁੱਕੀ ਹੈ। ਅੱਜ 14ਵੀਂ ਪੌੜੀ ਤੋਂ ਆਰੰਭਤਾ ਹੋ ਰਹੀ ਹੈ। 939 ਅੰਗ ਤੇ ਇਹ 14ਵੀਂ ਪੌੜੀ ਦੇ ਵਿੱਚ ਜਿਵੇਂ ਸਿੱਧ ਮਹਾਰਾਜ ਸਾਹਿਬ ਜੀ ਨੂੰ ਸਵਾਲ ਕਰ ਰਹੇ ਹਨ, ਜਿਵੇਂ ਉਹਨਾਂ ਦਾ ਉੱਤਰ ਗੁਰੂ ਸਾਹਿਬ ਜੀ ਦੇਣਗੇ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉ ਹਰ ਬਾਤਾ ਸਰਪਨ ਪਾਤਾ। ਸਿੱਧਾਂ ਵੱਲੋਂ ਸਵਾਲ ਹੈ, ਸਤਿਗੁਰੂ ਜੀ ਇਹ ਜੀਵ ਬੱਝਾ ਕਿਵੇਂ ਹੋਇਆ, ਕਿਉਂ ਕਰ ਬਾਧਾ, ਇਹ ਕਿਵੇਂ ਕਰਕੇ ਬੱਝ ਗਿਆ, ਬੰਧਨਾਂ ਦੇ ਵਿੱਚ ਕਿਵੇਂ ਪੈ ਗਿਆ। ਸਰਪਨ ਖਾਧਾ, ਸਰਪਨ ਨਾਮ ਹੈ ਸਪਣੀ ਦਾ, ਤੇ ਕਿਵੇਂ ਇਹਨੂੰ ਸਪਣੀ ਖਾ ਰਹੀ ਹੈ। ਇਹ ਸਪਣੀ ਤੋਂ ਛੁੱਟ ਕਿਉਂ ਨਹੀਂ ਰਿਹਾ, ਇਹ ਸਪਣੀ ਦੇ ਬੰਧਨਾਂ ਦੇ ਵਿੱਚ ਬੱਝ ਕਿਵੇਂ ਗਿਆ। ਇਥੇ ਸਪਣੀ ਆਖਿਆ ਸਾਧ ਸੰਗਤ ਜੀ ਮਾਇਆ ਨੂੰ, ਵੀ ਮਾਇਆ ਸਪਣੀ ਦੇ ਬੰਧਨਾਂ ਦੇ ਵਿੱਚ ਜੀਵ ਕਿਵੇਂ ਬੱਝ ਗਿਆ ਹੈ ਤੇ ਕਿਵੇਂ ਮਾਇਆ ਸਪਣੀ ਇਸ ਨੂੰ ਖਾਈ ਜਾ ਰਹੀ ਹੈ। ਗੁਰਬਾਣੀ ਵਿੱਚ ਬਹੁਤ ਵਾਰੀ ਮਹਾਰਾਜ ਸਾਹਿਬ ਜੀ ਨੇ ਮਾਇਆ ਨੂੰ ਸਪਣੀ ਆਖਿਆ ਸਾਧ ਸੰਗਤ। ਜਿਵੇਂ ਮਹਾਰਾਜ ਦਾ ਬਚਨ ਹੈ, ਸਰਪਣੀ ਤੇ ਉਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛੜਿਆ। ਇਹ ਐਸੀ ਬਲ ਵਾਲੀ ਸਪਣੀ ਹੈ ਮਾਇਆ ਸਪਣੀ, ਜਿਸ ਨੇ ਵੱਡਿਆਂ ਵੱਡਿਆਂ ਦੇਵਤਿਆਂ ਨੂੰ ਵੀ ਛਲ ਲਿਆ। ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਬ੍ਰਹਮਾ ਨੂੰ, ਵਿਸ਼ਨੂੰ ਨੂੰ, ਮਹਾਦੇਵ ਨੂੰ ਵੀ ਇਹਨੇ ਛਲ ਲਿਆ। ਇਹ ਮਾਇਆ ਐਸੀ ਹੈ, ਮਾਇਆ ਐਸੀ ਮੋਹਨੀ ਭਾਈ, ਜੇਤੇ ਜੀਅ ਤੇਤੇ ਡਹਕਾਈ। ਜਿੰਨੇ ਜੀਵ ਆ ਮਾਰੇ ਕਹਿੰਦੇ ਸਾਰਿਆਂ ਨੂੰ ਡਾਵਾਂ ਡੋਲ ਕਰੀ ਫਿਰਦੀ ਹੈ, ਸਾਰਿਆਂ ਨੂੰ ਡੁਲਾਈ ਜਾਂਦੀ ਹੈ ਧਰਮ ਵਾਲੇ ਪਾਸੇ। ਤੇ ਤੀਜੇ ਪਾਤਸ਼ਾਹ ਦਾ ਬਚਨ ਹੈ ਮਾਇਆ ਦੇ ਸੰਬੰਧ ਵਿੱਚ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਇੱਕ ਦੋਆਂ ਨੂੰ ਨਹੀਂ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਸਾਰੇ ਜੱਗ ਨੂੰ ਖਾਈ ਜਾ ਰਹੀ ਹੈ, ਬਿਨਾਂ ਦੰਦਾਂ ਤੋਂ ਖਾਈ ਜਾ ਰਹੀ ਹੈ। ਜੀਵ ਇਸ ਮਾਇਆ ਸਪਣੀ ਦੇ ਚੁੰਗਲ ਦੇ ਵਿੱਚ ਬਚਾ ਹੋਇਆ,
ਇਹਦੇ ਕੁੰਡਲ ਦੇ ਵਿੱਚ ਫਸਿਆ ਹੋਇਆ, ਤੇ ਬੱਝੇ ਹੋਏ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਬੱਝਾ ਹੋਇਆ ਵਾਂ ਤੇ ਮੈਨੂੰ ਮਾਇਆ ਖਾ ਰਹੀ ਹੈ। ਮਹਾਰਾਜ ਕਹਿੰਦੇ ਬਿਨਾਂ ਦੰਦਾਂ ਤੋਂ ਹੀ, ਬਿਨਾਂ ਦੰਦਾਂ ਤੋਂ ਸਮੂਲਚਾ ਹੀ ਸੰਸਾਰ ਨੂੰ ਖਾਈ ਜਾ ਰਹੀ ਮਾਇਆ। ਇਹਦੇ ਕਈ ਰੂਪ ਹਨ, ਮਾਇਆ ਦੇ ਕਈ ਰੂਪ ਆ। ਕਿਤੇ ਕਾਮ ਰੂਪ ਦੇ ਵਿੱਚ ਖਾਈ ਜਾਂਦੀ, ਕਿਤੇ ਕ੍ਰੋਧ ਦੇ ਰੂਪ ਵਿੱਚ ਖਾਈ ਜਾਂਦੀ, ਕਿਤੇ ਲੋਭ ਦੇ ਰੂਪ ਵਿੱਚ ਖਾਈ ਜਾਂਦੀ, ਕਿਤੇ ਮੋਹ ਰੂਪ ਵਿੱਚ ਖਾਈ ਜਾਂਦੀ, ਕਿਤੇ ਹੰਕਾਰ ਰੂਪ ਦੇ ਵਿੱਚ ਖਾਈ ਜਾਂਦੀ। ਇਨਸਾਨ ਮਾਇਆ ਪਦਾਰਥ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਘਰ ਘਾਟ ਨੂੰ ਛੱਡ ਕੇ ਤੇ ਬਾਹਰ ਚਲੇ ਜਾਂਦਾ, ਕਹਿੰਦਾ ਵੀ ਮੈਂ ਇਹ ਮਾਇਆ ਰਚਿਤ ਸੰਸਾਰ ਹੀ ਛੱਡ ਦੇਣਾ। ਉਹ ਜਾ ਕੇ ਜੰਗਲਾਂ ਵਿੱਚ ਬਹਿ ਜਾਂਦਾ, ਪਹਾੜਾਂ ਦੇ ਕੋਨਿਆਂ 'ਚ ਬਹਿ ਜਾਂਦਾ। ਉੱਥੇ ਬੈਠੇ ਹੋਏ ਨੂੰ ਹੰਕਾਰ ਰੂਪ ਵਿੱਚ ਖਾਈ ਜਾਂਦੀ ਹੈ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਤਿਆਗ ਦਾ ਜਿਹੜਾ ਮਾਣ ਹੈ ਉਹ ਫਿਰ ਖਾਈ ਜਾਂਦਾ। ਮਾਇਆ ਛੱਡ ਦਿੱਤੀ, ਮਾਇਆ ਛੱਡਣ ਦਾ ਜਿਹੜਾ ਅੰਦਰ ਹੰਕਾਰ ਪੈਦਾ ਹੋਇਆ ਵੀ ਮੈਂ ਆ ਕੋਈ ਛੱਡਿਆ, ਉਹ ਮੈਂ ਰੂਪ ਵਿੱਚ ਮਾਇਆ ਫੇਰ ਨਾਲ ਹੀ ਚਲੇਗੀ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਉਥੇ ਮਾਨ ਰੂਪ ਦੇ ਵਿੱਚ ਖਾਂਦੀ। ਤਾਂ ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਸਿੱਧਾ ਨੇ ਇਹ ਸਵਾਲ ਕੀਤਾ, ਪਹਿਲਾ ਸਵਾਲ ਵੀ ਕਿਉਂ ਘਰ ਵੱਧਦਾ, ਇਹ ਜੀਵ ਬੱਝਾ ਕਿਵੇਂ ਹੈ, ਇਹਨੂੰ ਬੰਧਨ ਕਿਵੇਂ ਪਏ ਹੋਏ ਆ। ਸਰਪਨ ਖਾਧਾ, ਫਿਰ ਇਹ ਮਾਇਆ ਸਪਣੀ ਨੇ ਇਸ ਨੂੰ ਕਿਵੇਂ ਖਾ ਲਿਆ। ਮਾਇਆ ਸਪਣੀ ਇਸ ਨੂੰ ਕਿਵੇਂ ਖਾਈ ਜਾ ਰਹੀ ਹੈ। ਕਿਉਂ ਕਰ ਹੋਇਆ, ਕਿਉਂ ਕਰ ਲਾਦਾ। ਤੀਸਰਾ ਸਵਾਲ ਸਿੱਧਾ ਨੇ ਕੀਤਾ ਵੀ ਕਿਉਂ ਕਰ ਖੋਇਆ। ਇਸ ਮਨੁੱਖ ਨੇ ਆਪਣਾ ਮਨੁੱਖਾ ਜਨਮ, ਅਮੋਲਕ ਜਨਮ ਖੋਇਆ ਨਾਮ ਹੈ ਗਵਾਉਣ ਦਾ, ਕਿਵੇਂ ਨਿਸਫਲ ਗਵਾ ਦਿੱਤਾ। ਕਿਉਂ ਕਰ, ਕਿਵੇਂ ਕਰਕੇ ਇਸ ਨੇ ਇਹ ਮਾਨਸ ਜਨਮ, ਅਮੋਲਕ ਜਨਮ ਖੋਇਆ, ਖਰਾਬ ਕਰ ਦਿੱਤਾ, ਗਵਾ ਦਿੱਤਾ। ਕਿਵੇਂ ਗਵਾ ਦਿੱਤਾ, ਜਾਂ ਅਥਵਾ ਵੀ ਕਿਉਂ ਕਰ ਖੋਇਆ। ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਇਸ ਜੀਵ ਨੇ ਕਿਵੇਂ ਗਵਾ ਦਿੱਤਾ ਹੈ। ਗਵਾਉਣ ਤੋਂ ਭਾਵ ਕਿਵੇਂ ਭੁਲਾ ਦਿੱਤਾ। ਕਿਉਂ ਕਰ ਲਾਧਾ, ਤੇ ਕਿਵੇਂ ਕਰਕੇ ਇਸ ਨੇ ਆਪਣੇ ਇਹ ਮਨੁੱਖਾ ਜਨਮ ਨੂੰ ਲਾਧਾ ਸਫਲ ਕੀਤਾ ਹੈ। ਲਾਧਾ ਨਾਮ ਲੱਭਣ ਦਾ ਵੀ ਹੁੰਦਾ ਹੈ। ਕਿਵੇਂ ਇਸ ਨੇ ਵਾਹਿਗੁਰੂ ਪਰਮੇਸ਼ਰ ਦੇ ਤਾਈਂ ਲੱਭਣਾ ਕੀਤਾ, ਇਸ ਨੂੰ ਕਿਵੇਂ ਪ੍ਰਭੂ ਲੱਭੇ। ਕਿਉਂ ਕਰ ਨਿਰਮਲ, ਕਿਉਂ ਕਰ ਅੰਧਿਆਰਾ। ਫਿਰ ਅਗਲਾ ਸਵਾਲ ਹੋਰ ਕੀਤਾ ਵੀ ਕਿਵੇਂ ਕਰਕੇ ਜੀਵ ਪਵਿੱਤਰ ਹੋਵੇ, ਇਸ ਦੀ ਮੈਲ ਕਿਵੇਂ ਦੂਰ ਹੋਵੇ, ਇਸ ਜੀਵ ਦਾ ਹਿਰਦਾ ਨਿਰਮਲ ਕਿਵੇਂ ਹੋਵੇ। ਕਿਉਂ ਕਰ ਨਿਰਮਲ, ਕਿਉਂ ਕਰ ਅੰਧਿਆਰਾ। ਇਹ ਜੀਵ ਨਿਰਮਲ ਕਿਵੇਂ ਹੁੰਦਾ ਹੈ, ਕਿਉਂ ਕਰ ਅੰਧਿਆਰਾ, ਇਸ ਨੂੰ ਹਨੇਰਾ ਕਿਵੇਂ ਹੋ ਰਿਹਾ। ਇਹ ਹਨੇਰੇ ਦੇ ਵਿੱਚ ਕਿਵੇਂ ਹੈ, ਇਹ ਅਗਿਆਨਤਾ ਦਾ ਹਨੇਰਾ ਕਿਵੇਂ ਵਾਪਰਿਆ ਹੋਇਆ ਹੈ। ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ। ਸਿੱਧਾ ਨੇ ਆਖਿਆ ਵੀ ਜਿਹੜੇ ਇਸ ਤੱਤ ਨੂੰ ਜੋ ਵਿਚਾਰੇ, ਇਸ ਸਿਧਾਂਤ ਦੀ ਵਿਚਾਰ ਕਰੇ, ਜੋ ਸਵਾਲ ਕੀਤੇ ਆ ਪਿਛਲੇ, ਇਹਨਾਂ ਸਵਾਲਾਂ ਦੀ ਜੋ ਤੱਤ ਦੀ ਅਸਲੀਅਤ ਦੀ ਵਿਚਾਰ ਕਰੇ, ਉਹ ਸਾਡਾ ਗੁਰੂ ਹੋਵੇਗਾ। ਮਹਾਰਾਜ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਓਗੇ, ਅਸੀਂ ਆਪ ਜੀ ਨੂੰ ਆਪਣਾ ਗੁਰੂ ਮੰਨਾਂਗੇ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਸਿੱਧੋ ਸਵਾਲਾਂ ਦੇ ਜਵਾਬ ਤੁਹਾਡੇ ਦੇਣੇ ਹਾਂ। ਗੁਰੂ ਪਦਵੀ ਤੇ ਵਾਹਿਗੁਰੂ ਪਰਮੇਸ਼ਰ ਨੇ ਹੀ ਦਿੱਤੀ ਹੋਈ ਹੈ, ਅਕਾਲ ਪੁਰਖ ਵਾਹਿਗੁਰੂ ਨੇ ਹੀ ਦਿੱਤੀ ਹੋਈ ਹੈ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਆਦਿ ਤੋਂ ਹੀ ਗੁਰੂ ਹਨ। ਸਾਧ ਸੰਗਤ, ਮਹਾਰਾਜ ਨੇ ਸੰਸਾਰ ਵਿੱਚ ਆ ਕਰਕੇ ਗੁਰੂ ਪਦਵੀ ਨਹੀਂ ਹਾਸਲ ਕੀਤੀ।
ਗਰੀਬ ਨਵਾਜ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਹੈ, ਮਹਾਰਾਜ ਗੁਰੂ ਪਦਵੀ ਦੇ ਰੂਪ ਦੇ ਵਿੱਚ ਹੀ ਪ੍ਰਗਟ ਹੋਏ ਹਨ। ਇਸੇ ਕਰਕੇ ਗੁਰੂ ਕਾ ਪੰਥ, ਗੁਰੂ ਕੀਆਂ ਸੰਗਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਤਾਂ ਮਨਾਉਂਦੀਆਂ ਹਰ ਸਾਲ। ਆ ਪਿਛਲੇ ਸਮੇਂ ਦੇ ਵਿੱਚ 550 ਸਾਲਾ ਪ੍ਰਕਾਸ਼ ਗੁਰਪੁਰਬ ਵੀ ਗੁਰੂ ਕੇ ਪੰਥ ਨੇ ਮਨਾਇਆ ਇਸੇ ਸਥਾਨ ਤੇ, ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਤਾਂ ਹਰ ਸਾਲ ਮਨਾਇਆ ਜਾਂਦਾ ਹੈ, ਪਰ ਗੁਰਤਾ ਗੱਦੀ ਦਿਵਸ ਨਹੀਂ ਮਨਾਇਆ ਜਾਂਦਾ। ਬਾਕੀ ਸਾਰੇ ਗੁਰੂ ਸਾਹਿਬਾਂ ਦਾ ਗੁਰਤਾ ਗੱਦੀ ਗੁਰਪੁਰਬ ਮਨਾਇਆ ਜਾਂਦਾ, ਜਿਵੇਂ ਕੱਲ 6ਵੇਂ ਪਾਤਸ਼ਾਹ ਦਾ ਗੁਰਿਆਈ ਪੁਰਬ ਗੁਰੂ ਦੀਆਂ ਸੰਗਤਾਂ ਨੇ ਮਨਾਇਆ ਸੀ। 5ਵੇਂ ਪਾਤਸ਼ਾਹ ਮਹਾਰਾਜ ਲਾਹੌਰ ਜਾਣ ਤੋਂ ਪਹਿਲਾਂ 6ਵੇਂ ਪਾਤਸ਼ਾਹੀ ਨੂੰ ਗੁਰਿਆਈ ਦੇ ਕੇ ਗਏ ਸੀ ਸ੍ਰੀ ਕੋਠਾ ਸਾਹਿਬ ਅਸਥਾਨ ਤੇ। ਪਰ ਗੁਰਿਆਈ ਦੇ ਤਖਤ ਤੇ ਮਹਾਰਾਜ ਸਾਹਿਬ ਜੀ ਬਾਅਦ ਵਿੱਚ ਸੋਭਨੀਕ ਹੁੰਦੇ ਆ। 5ਮ ਪਾਤਸ਼ਾਹੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਸਹਿਜ ਪਾਠ ਆਰੰਭ ਕੀਤੇ ਜਾਂਦੇ ਆ, ਉਹਨਾਂ ਦੇ ਭੋਗ ਸੰਪੂਰਨ ਹੁੰਦੇ ਆ। ਫਿਰ ਸੰਗਤ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਉਹ ਸਾਰੀ ਮਰਿਆਦਾ ਕਰਦੇ ਆ 6ਵੇਂ ਪਾਤਸ਼ਾਹ ਨੂੰ। ਫਿਰ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਵਾਉਂਦੇ ਆ, ਉਹ ਅੱਗੇ ਦਿਨ ਆਵੇਗਾ। ਪਹਿਲਾਂ ਹੁਣ ਮਹਾਰਾਜ ਸਾਹਿਬ ਦਾ ਸ਼ਹੀਦੀ ਦਿਹਾੜਾ ਆਵੇਗਾ ਇਸੇ ਮਹੀਨੇ ਦੇ ਵਿੱਚ, ਤੇ ਅੱਗੇ ਹਾੜ ਮਹੀਨੇ ਦੇ ਵਿੱਚ ਮੀਰੀ ਪੀਰੀ ਧਾਰਨ ਦਾ ਜੋ ਦਿਵਸ ਹੈ, ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਜੋ ਮਹਾਰਾਜ ਨੇ ਪਹਿਨੀਆਂ ਸਨ ਤਖਤ ਤੇ ਸੋਭਨੀਕ ਹੋ ਕਰਕੇ, ਉਹ ਦਿਵਸ ਅੱਗੇ ਆਵੇਗਾ। ਕਹਿਣ ਤੋਂ ਭਾਵ ਇਹ ਵੀ ਦੂਜੇ ਪਾਤਸ਼ਾਹ ਤੋਂ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਅਸੀਂ ਸਾਰੇ ਗੁਰੂ ਸਾਹਿਬਾਂ ਦਾ ਗੁਰਤਾ ਗੱਦੀ ਪੁਰਬ ਮਨਾਉਂਦੇ ਹਾਂ। ਹਰ ਸਾਲ ਮਨਾਇਆ ਜਾਂਦਾ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਨਹੀਂ ਮਨਾਇਆ ਜਾਂਦਾ, ਕਿਉਂਕਿ ਸਤਿਗੁਰੂ ਜੀ ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਆਪ ਹੀ ਪਰਮੇਸ਼ਰ ਗੁਰੂ ਰੂਪ ਦੇ ਵਿੱਚ ਪ੍ਰਗਟ ਹੋਏ ਹਨ। ਮਹਾਰਾਜ ਸਾਹਿਬ ਨੇ ਸੰਸਾਰ ਵਿੱਚ ਆ ਕੇ ਗੁਰਤਾ ਗੱਦੀ ਨਹੀਂ ਪ੍ਰਾਪਤ ਕੀਤੀ, ਸਤਿਗੁਰੂ ਧੁਰ ਤੋਂ ਹੀ ਗੁਰੂ ਰੂਪ ਵਿੱਚ ਹੀ ਪ੍ਰਗਟ ਹੋਏ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਆਪ ਜੀ ਦੇ ਪ੍ਰਕਾਸ਼ ਧਾਰਨ ਬਾਰੇ ਜ਼ਿਕਰ ਕੀਤਾ ਤਾਂ ਉਹਨਾਂ ਨੇ ਆਖਿਆ ਸਤਿਗੁਰ ਨਾਨਕ ਪ੍ਰਗਟਿਆ। ਮਹਾਰਾਜ ਸਾਹਿਬ ਸਤਿਗੁਰੂ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਦਸਮ ਪਾਤਸ਼ਾਹ ਨੇ ਵੀ ਇੱਕ ਵਾਰੀ ਖਾਲਸੇ ਨੂੰ ਉਪਦੇਸ਼ ਦਿੰਦਿਆਂ ਹੋਇਆਂ ਬਚਨ ਕੀਤਾ ਸੀ। ਕਹਿਣ ਲੱਗੇ, ਖਾਲਸਾ ਜੀ, ਸੰਸਾਰ ਦੇ ਵਿੱਚ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੋ ਆਦਿ ਤੋਂ ਹੀ ਗੁਰੂ ਰੂਪ ਦੇ ਵਿੱਚ ਹੀ ਪ੍ਰਗਟ ਹੋਏ। ਮਹਾਰਾਜ ਸਾਹਿਬ ਜੀ ਤੋ ਇੱਥੇ ਸਿੱਧਾ ਨੇ ਬੇਨਤੀ ਕੀਤੀ ਵੀ ਮਹਾਰਾਜ ਇਹਨਾਂ ਸਵਾਲਾਂ ਦੇ ਸਿਧਾਂਤ ਦੀ ਜੋ ਵਿਚਾਰ ਕਰੇ, ਇਹਨਾਂ ਸਵਾਲਾਂ ਦਾ ਜੇ ਤੁਸੀਂ ਜਵਾਬ ਦਿਓਗੇ, ਇਹੋ ਤਤ ਵਿਚਾਰ ਹੈ ਸੋ ਗੁਰੂ ਹਮਾਰਾ। ਇਸ ਤਤ ਦੀ ਜੋ ਵਿਚਾਰ ਕਰੇ, ਇਸ ਸਿਧਾਂਤ ਦੀ, ਇਸ ਅਸਲੀਅਤ ਦੀ ਜੋ ਵਿਚਾਰ ਕਰੇ, ਉਹ ਸਾਡਾ ਗੁਰੂ ਹੋਵੇਗਾ। ਅਸੀਂ ਆਪ ਜੀ ਨੂੰ ਗੁਰੂ ਜਾਣ ਕੇ ਨਮਸਕਾਰ ਕਰਾਂਗੇ। ਗੁਰਮਤਿ ਬਾਦਾ ਸਰਪਣ ਖਾਦਾ। ਤਾਂ ਮਹਾਰਾਜ ਸਾਹਿਬ ਕਹਿਣ ਲੱਗੇ ਵੀ ਸਿੱਧੋ, ਪਹਿਲਾ ਸਵਾਲ ਇਹ ਕੀਤਾ ਸੀ ਕਿ ਕਿਉਂ ਘਰ ਬਾਧਾ, ਤੇ ਇਹ ਹੁਣ ਮਹਾਰਾਜ 15ਵੀਂ ਪੌੜੀ ਵਿੱਚ ਇਹ 14ਵੀਂ ਪੌੜੀ ਦੇ ਸਵਾਲਾਂ ਦਾ ਉੱਤਰ ਦਿੰਦੇ ਆ। ਕਿਉਂ ਕਰ ਬਾਧਾ ਦਾ ਉੱਤਰ ਮਹਾਰਾਜ ਦਿੰਦੇ ਆ ਦੁਰਮਤ ਬਾਧਾ। ਸਿੱਧਾ ਨੇ ਬੇਨਤੀ ਕੀਤੀ ਸੀ ਇਹ ਜੀਵ ਮਹਾਰਾਜ ਬੰਧਨ ਵਿੱਚ ਕਿਵੇਂ ਪੈ ਗਿਆ, ਕਿਵੇਂ ਬਚ ਗਿਆ। ਸਤਿਗੁਰੂ ਕਹਿੰਦੇ ਦੁਰਮਤ ਕਰਕੇ ਬਚ ਗਿਆ, ਖੋਟੀ ਮੱਤ ਕਰਕੇ। ਖੋਟੀ ਮੱਤ ਕਰਕੇ ਜੀਵ ਬੱਝਾ ਹੋਇਆ, ਜੀਵ ਨੂੰ ਬੰਧਨ ਪਏ ਹਨ ਖੋਟੀ ਮੱਤ ਦੇ। ਦੁਰਮਤ ਮਤ ਜੋ ਪੀਵਤੇ ਬਿਖਲੀ ਪਤ ਕਮਲੀ। ਕਮਲੀ ਹੋ ਗਈ ਉਹਨਾਂ ਦੀ ਮਤ, ਬੁੱਧੀ ਦੇ ਵਿੱਚ ਕਮਲ ਪੈ ਗਿਆ। ਜਿਨ੍ਹਾਂ ਨੇ ਖੋਟੀ ਮਤ ਧਾਰਨ ਕੀਤੀ, ਭੈੜੀ ਸਿੱਖਿਆ ਧਾਰਨ ਕੀਤੀ।
ਦੁਰਮਤ ਕਰਕੇ, ਭੈੜੀ ਮਤ ਕਰਕੇ, ਭੈੜੀ ਸਿੱਖਿਆ ਕਰਕੇ ਜੀਵ ਬੰਧਨ ਦੇ ਵਿੱਚ ਪਿਆ ਹੋਇਆ। ਦੂਜਾ ਸਵਾਲ ਸੀ ਸਰਪਨ ਖਾਧਾ, ਵੀ ਇਸ ਨੂੰ ਇਹ ਮਾਇਆ ਸਪਣੀ ਕਿਵੇਂ ਖਾ ਰਹੀ ਹੈ। ਤੇ ਸਤਿਗੁਰੂ ਕਹਿੰਦੇ ਜਿਸ ਵੇਲੇ ਇਹ ਖੋਟੀ ਮਤ ਕਰਕੇ ਮੋਹ ਆਦਿਕ ਵਿਕਾਰਾਂ ਦੇ ਬੰਧਨ ਦੇ ਵਿੱਚ ਵੱਜ ਗਿਆ ਨਾ, ਤਾਂ ਫਿਰ ਇਸ ਨੂੰ ਮਾਇਆ ਸਪਣੀ ਨੇ ਖਾਣਾ ਕੀਤਾ ਹੈ, ਫਿਰ ਮਾਇਆ ਸਪਣੀ ਇਸ ਨੂੰ ਖਾ ਰਹੀ ਹੈ। ਮਨਮੁਖ ਹੋਇਆ ਗੁਰਮੁਖ ਲਾਦਾ। ਤੀਸਰਾ ਸਵਾਲ ਕੀਤਾ ਸੀ ਕਿਉਂ ਕਰ ਖੋਇਆ। ਮਹਾਰਾਜ, ਇਸ ਜੀਵ ਨੇ ਆਪਣਾ ਮਨੁੱਖਾ ਜਨਮ ਕਿਵੇਂ ਖੋਇਆ, ਗਵਾ ਦਿੱਤਾ, ਕਿਵੇਂ ਨਿਸਫਲ ਕਰ ਦਿੱਤਾ। ਇਹ ਸਤਿਗੁਰੂ ਕਹਿੰਦੇ ਹਨ ਮਨਮੁਖ ਖੋਇਆ। ਇਹ ਮਨਮੁਖ ਬਣ ਗਿਆ ਜੀਵ, ਇਸ ਕਰਕੇ ਇਹਨੇ ਮਨੁੱਖਾ ਜਨਮ ਆਪਣਾ ਖੋਇਆ, ਖਰਾਬ ਕਰ ਦਿੱਤਾ, ਗਵਾ ਦਿੱਤਾ। ਮਨਮੁਖਤਾਈ ਕਰਕੇ ਇਹਨੇ ਆਪਣਾ ਆਪ ਗਵਾ ਲਿਆ। ਹੈ ਤਾਂ ਮਾਨਸ ਜਨਮ ਅਮੋਲਕ ਪ੍ਰਾਪਤ ਹੋਇਆ ਸੀ, ਦੁਰਲੱਭ ਪ੍ਰਾਪਤ ਹੋਇਆ ਸੀ, ਪਰ ਮਨਮੁਖਤਾਈ ਕਰਕੇ, ਮਨ ਮਰਜ਼ੀ ਕਰਕੇ, ਖੋਟੀ ਮਤ ਨੂੰ ਧਾਰਨ ਕਰਕੇ ਇਸਨੇ ਆਪਣਾ ਮਾਨਸ ਜਨਮ, ਅਮੋਲਕ ਜਨਮ ਖੋਇਆ, ਖਰਾਬ ਕਰ ਦਿੱਤਾ, ਨਿਸਫਲ ਗਵਾ ਦਿੱਤਾ। ਮਨ ਦੇ ਪਿੱਛੇ ਲੱਗ ਕੇ ਵੀ ਜੋ ਮਨ ਕਹਿੰਦਾ ਉਹ ਖਾਣਾ, ਜੋ ਮਨ ਕਹਿੰਦਾ ਉਹ ਪੀਣਾ, ਜੋ ਮਨ ਕਹਿੰਦਾ ਉਹ ਪਹਿਨਣਾ, ਜੋ ਮਨ ਕਹਿੰਦਾ ਉਹ ਵੇਖਣਾ, ਜੋ ਮਨ ਕਹਿੰਦਾ ਉਹ ਸੁਣਨਾ, ਜੋ ਮਨ ਕਹਿੰਦਾ ਉਹ ਬੋਲਣਾ। ਮਨ ਦੀ ਸੁਣਦਾ ਸੁਣਦਾ ਮਨ ਦੇ ਪਿੱਛੇ ਲੱਗ ਕੇ ਮਨਮੁਖ ਬਣ ਗਿਆ ਜੀ। ਤੇ ਮਨ ਜਿਹੜਾ ਇਸ ਨੂੰ ਗੁਰਮਤਿ ਤੋਂ ਦੂਰ ਲੈ ਕੇ ਜਾਂਦਾ ਹੈ, ਸ੍ਰੇਸ਼ਟ ਸਿੱਖਿਆ ਤੋਂ ਦੂਰ ਲੈ ਕੇ ਜਾਂਦਾ ਹੈ। ਗੁਰਮੁਖ ਉਹ ਹੈ ਜਿਹੜਾ ਮਨ ਦੀ ਨਹੀਂ ਮੰਨਦਾ, ਜੋ ਗੁਰੂ ਦੀ ਮੰਨਦਾ ਹੈ, ਗੁਰੂ ਸਾਹਿਬ ਦੀ ਸੁਣਦਾ ਹੈ, ਗੁਰੂ ਕੀ ਸਿੱਖਿਆ ਤੇ ਚੱਲਦਾ, ਉਹ ਗੁਰਮੁਖ ਹੈ। ਤੇ ਜਿਹੜਾ ਮਨ ਦੇ ਪਿੱਛੇ ਲੱਗਦਾ ਹੈ ਉਹ ਮਨਮੁਖ ਹੈ। ਇਸ ਕਰਕੇ ਮਨ ਮਰਜ਼ੀ ਕਰਕੇ ਮਹਾਰਾਜ ਕਹਿੰਦੇ ਜੀਵ ਨੇ ਆਪਣੇ ਮਾਨਸ ਜਨਮ ਨੂੰ ਨਿਸਫਲ ਖੋ ਦਿੱਤਾ, ਖਰਾਬ ਕਰ ਦਿੱਤਾ। ਤੇ ਦੂਜਾ ਭਾਵ ਇਸੇ ਹੀ ਸਵਾਲ ਦਾ ਹੈ ਕਿਉਂ ਕਰ ਖੋਇਆ, ਕਿ ਇਸਨੇ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਖੋਇਆ। ਖੋਇਆ ਨਾਮ ਗਵਾਉਣ ਦਾ ਹੈ, ਪਰਮੇਸ਼ਰ ਗਵਾਚਦਾ ਤਾਂ ਹੈ ਨਹੀਂ। ਉੱਥੇ ਗਵਾਚਣ ਤੋਂ ਭਾਵ ਇਹ ਹੈ ਕਿ ਪ੍ਰਭੂ ਨੂੰ ਇਸਨੇ ਕਿਵੇਂ ਭੁਲਾ ਦਿੱਤਾ। ਕਿਉਂ ਕਰ ਖੋਇਆ, ਕਿਵੇਂ ਵਾਹਿਗੁਰੂ ਪਰਮੇਸ਼ਰ ਨੂੰ ਇਹ ਜੀਵ ਨੇ ਭੁਲਾ ਦਿੱਤਾ। ਤੇ ਸਤਿਗੁਰੂ ਕਹਿੰਦੇ ਮਨਮੁਖ ਖੋਇਆ। ਮਨਮੁਖਤਾਈ ਕਰਕੇ, ਮਨ ਮਰਜ਼ੀ ਕਰਕੇ ਇਸ ਜੀਵ ਨੇ ਪ੍ਰਭੂ ਨੂੰ ਭੁਲਾਇਆ ਹੋਇਆ, ਵਾਹਿਗੁਰੂ ਜੀ ਨੂੰ ਭੁਲਾਇਆ ਹੋਇਆ ਹੈ, ਜੋ ਕਦੀ ਨਹੀਂ ਭੁੱਲਣਾ ਚਾਹੀਦਾ। ਜੋ ਹਰ ਵੇਲੇ ਸਿਮਰਨ ਜਿਸ ਦਾ ਹੋਵੇ, ਹਰ ਵੇਲੇ ਜਿਸ ਵਾਹਿਗੁਰੂ ਜੀ ਨੂੰ ਚੇਤੇ ਰੱਖਣਾ ਚਾਹੀਦਾ ਹੈ, ਕਿਉਂਕਿ ਉਸ ਵਾਹਿਗੁਰੂ ਜੀ ਨੇ ਸਭ ਕੁਝ ਦਿੱਤਾ। ਇਹ ਤਨ ਵੀ ਉਸੇ ਨੇ ਦਿੱਤਾ ਹੈ, ਧਨ ਵੀ ਉਸੇ ਨੇ ਦਿੱਤਾ ਹੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ। ਜਿਸ ਨੇ ਸਭ ਕੁਝ ਦਿੱਤਾ ਉਹ ਕਿਉਂ ਵਿਸਰੇ ਭਾਈ, ਕਿਉਂ ਭੁੱਲੇ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਵਾਹਿਗੁਰੂ ਪਰਮੇਸ਼ਰ ਵਿਸਰਨਾ ਨਹੀਂ ਚਾਹੀਦਾ, ਭੁੱਲਣਾ ਨਹੀਂ ਚਾਹੀਦਾ। ਪਰ ਇਸ ਜੀਵ ਨੂੰ ਕਿਉਂ ਭੁੱਲ ਗਿਆ। ਮਹਾਰਾਜ ਕਹਿੰਦੇ ਮਨਮੁਖਤਾਈ ਕਰਕੇ ਭੁੱਲ ਗਿਆ, ਇਹ ਮਨ ਮਰਜ਼ੀ ਵਿੱਚ ਲੱਗ ਗਿਆ, ਇਸ ਕਰਕੇ ਇਹਨੂੰ ਵਾਹਿਗੁਰੂ ਭੁੱਲ ਗਿਆ। ਮਨ ਮਤ ਅਨੁਸਾਰ ਮਨ ਮਰਜ਼ੀ ਕਰਦਾ। ਮਨ ਮਰਜ਼ੀ ਛੱਡੇਗਾ, ਮਨ ਦੀ ਮਤ ਛੱਡੇਗਾ ਤੇ ਗੁਰੂ ਦੀ ਮਤ ਤਾਂ ਹੀ ਪ੍ਰਾਪਤ ਹੋਵੇਗੀ। ਦੋਵੇਂ ਮਤਾਂ ਇਕੱਠੀਆਂ ਤੇ ਰਹਿਣੀਆਂ ਨਹੀਂ, ਇੱਕੋ ਹੀ ਰਹਿਣੀ, ਜਾਂ ਮਨ ਦੀ ਮਤ ਜਾਂ ਗੁਰੂ ਦੀ ਮਤ। ਮਨ ਦੀ ਮਤ ਤਿਆਗੇਗਾ ਤੇ ਫਿਰ ਗੁਰੂ ਦੀ ਮਤ ਪ੍ਰਾਪਤ ਹੋਵੇਗੀ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ, ਮਨ ਕੀ ਮਤ ਤਿਆਗਹੁ ਹਰਿ ਜਨ, ਮਨ ਕੀ ਮਤ ਤਿਆਗਹੁ ਹਰਿ ਜਨ। ਮਨ ਕੀ ਮਤ ਤਿਆਗਹੁ ਹਰਿ ਜਨ, ਮਨ
ਮਨ ਕੀ ਮਤ ਤਿਆਗੋ ਹਰ ਜਨ ਮਨ ਕੀ ਮਤ ਤਿਆਗਹੁ ਹਰ ਜਨ ਮਨ ਕੀ ਮਤ ਤਿਆਗਹੁ ਹਰ ਜਨ ਮਨ ਕੀ ਮਤ ਤਿਆਗੋ ਹਰ ਜਨ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ ਇਹ ਬਾਤ ਕਠੈਨੀ ਇਹ ਬਾਤ ਕਠੈਨੀ ਇਹ ਬਾਤ ਕਠੈਨੀ ਮਨ ਕੀ ਮਤ ਤਿਆਗਹੁ ਹਰ ਜਨ ਮਨ ਕੀ ਮਤ ਤਿਆਗਹੁ ਹਰ ਜਨ ਮਨ ਕੀ ਮਤ ਤਿਆਗੋ ਹਰ ਜਨ ਮਨ ਕੀ ਮਤ ਤਿਆਗੋ ਹਰ ਜਨ ਗੁਰੂ ਸਾਹਿਬ ਕਹਿੰਦੇ ਮਨ ਦੀ ਮਤ ਤਿਆਗ ਭਾਈ, ਤਾਂ ਤੂੰ ਵਾਹਿਗੁਰੂ ਦਾ ਸੇਵਕ ਬਣ ਸਕਦਾ, ਤਾਂ ਗੁਰੂ ਦਾ ਸਿੱਖ ਬਣ ਸਕਦਾ। ਪਰ ਬੰਦਾ ਮਨ ਦੀ ਮਤ ਕਿੱਥੇ ਤਿਆਗਦਾ? ਇਹ ਕਹਿੰਦਾ ਮੈਂ ਤਾਂ ਆਪਣੇ ਮਨ ਦੀ ਕਰਾਂਗਾ, ਆਪਣੇ ਮਨ ਦੀ ਮੰਨਾਂਗਾ। ਸਤਿਗੁਰੂ ਕਹਿੰਦੇ ਮਨ ਦੀ ਮੰਨੀ ਚੱਲ, ਫਿਰ ਗੁਰਮੁਖ ਨਹੀਂ ਬਣ ਸਕਦਾ ਤੂੰ, ਫਿਰ ਮਨਮੁਖ ਬਣੇਗਾ। ਗੁਰਮੁਖ ਉਦੋਂ ਬਣੇਗਾ, ਗੁਰੂ ਦਾ ਸਿੱਖ ਉਦੋਂ ਬਣੇਗਾ ਜਦੋਂ ਮਨ ਦੀ ਮਤ ਛੱਡੇਗਾ। ਤੇ ਇਹ ਕਹਿੰਦਾ ਵੀ ਨਹੀਂ ਮੈਂ ਤਾਂ ਮਨ ਦੀ ਮਰਜ਼ੀ ਕਰਨੀ ਹੈ। ਸਤਿਗੁਰੂ ਕਹਿੰਦੇ ਫਿਰ ਮਨਮੁਖ ਬਣੇਗਾ। ਮਨ ਦੀ ਮਰਜ਼ੀ ਕਰਨ ਵਾਲਾ ਮਨਮੁਖ, ਤੇ ਜੋ ਗੁਰੂ ਦਾ ਸਿੱਖ ਹੈ ਉਹ ਮਨ ਦੀ ਮਰਜ਼ੀ ਨਹੀਂ ਕਰਦਾ, ਉਹ ਗੁਰੂ ਦੀ ਮਰਜ਼ੀ ਦੇ ਅਨੁਸਾਰ ਚੱਲਦਾ। ਉਹ ਪਹਿਨਦਾ ਵੀ ਗੁਰੂ ਕੀ ਮਰਜ਼ੀ ਦੇ ਅਨੁਸਾਰ ਹੈ। ਤੇ ਸੰਸਾਰ ਮਨ ਦੀ ਮਰਜ਼ੀ ਦੇ ਅਨੁਸਾਰ ਵਸਤਰ ਪਹਿਨਦਾ ਹੈ। ਕਈ ਤਰ੍ਹਾਂ ਦੇ ਵਸਤਰ ਜਿਹੜੇ ਉਹ ਪਹਿਨੇ ਜਾਂਦੇ ਨੇ, ਕਿਉਂਕਿ ਪਹਿਨਣਾ ਵੀ ਗੁਰੂ ਸਾਹਿਬ ਨੇ ਦੱਸਿਆ ਹੈ, ਖਾਣਾ ਪੀਣਾ ਵੀ ਮਹਾਰਾਜ ਸਾਹਿਬ ਨੇ ਦੱਸਿਆ ਹੈ, ਵੇਖਣਾ ਸੁਣਨਾ ਬੋਲਣਾ ਤੁਰਨਾ ਫਿਰਨਾ ਕਰਨਾ ਸਭ ਕੁਝ ਗੁਰੂ ਸਾਹਿਬ ਨੇ ਦੱਸਿਆ ਵੀ ਸਿੱਖ ਨੇ ਕਿਵੇਂ ਕਰਨਾ। ਵੇਖਣਾ ਵੀ ਇਹਨੇ ਕਿਵੇਂ, ਸੁਣਨਾ ਵੀ ਕੀ ਹੈ, ਬੋਲਣਾ ਵੀ ਕਿਸ ਤਰ੍ਹਾਂ। ਇਸ ਕਰਕੇ ਗੁਰੂ ਦਾ ਸਿੱਖ ਤੇ ਮਨ ਦੀ ਮਰਜ਼ੀ ਛੱਡ ਕੇ ਗੁਰੂ ਕੇ ਆਸੇ ਅਨੁਸਾਰ ਚੱਲਦਾ ਹੈ, ਗੁਰੂ ਕੀ ਸਿੱਖਿਆ ਅਨੁਸਾਰ ਚੱਲਦਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦਾ ਸਿੱਖ ਹੈ ਹੀ ਉਹ ਜਿਹੜਾ ਗੁਰੂ ਕੇ ਹੁਕਮ ਵਿੱਚ ਚੱਲਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜੋ ਆਪਣੇ ਭਾਣੇ ਚੱਲਦਾ, ਆਪਣੀ ਮਰਜ਼ੀ ਵਿੱਚ ਚੱਲਦਾ, ਉਹ ਸਿੱਖ ਨਹੀਂ, ਉਹ ਵਿਛੜ ਜਾਂਦਾ, ਉਹਨੂੰ ਚੋਟਾਂ ਖਾਣੀਆਂ ਪੈਂਦੀਆਂ। ਪਰ ਸੰਸਾਰ ਦੀ ਬਹੁਤੀ ਗਿਣਤੀ ਇਸ ਤਰ੍ਹਾਂ ਦੀ ਹੈ, ਸੰਸਾਰ ਕਹਿੰਦਾ ਮੱਥਾ ਤਾਂ ਟੇਕਾਂਗੇ ਗੁਰੂ ਸਾਹਿਬ ਜੀ ਨੂੰ, ਨਮਸਕਾਰ ਕਰਾਂਗੇ, ਕੜਾ ਪ੍ਰਸ਼ਾਦੀ ਦੇਗ ਵੀ ਕਰਾਵਾਂਗੇ, ਪਰ ਮਨ ਦੀ ਮਰਜ਼ੀ ਵੀ ਕਰਾਂਗੇ ਨਾਲ ਨਾਲ। ਸਤਿਗੁਰੂ ਪਹਿਨਣ ਦੇ ਸੰਬੰਧ ਵਿੱਚ ਕਹਿੰਦੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਤੈ ਤਨ ਪੀੜੀਏ ਮਨ ਮਹਿ ਚੱਲਹਿ ਵਿਕਾਰ। ਸੰਸਾਰ ਕਹਿੰਦਾ ਪਹਿਨਣ ਦਾ ਧਰਮ ਨਾਲ ਕੀ ਸੰਬੰਧ ਹੈ? ਗੁਰੂ ਸਾਹਿਬ ਕਹਿੰਦੇ ਸੰਬੰਧ ਹੈ। ਮਹਾਰਾਜ ਕਹਿੰਦੇ ਬਸਤਰ ਪਹਿਨਣ ਦੇ ਨਾਲ ਹੀ ਲਿਬਾਸ ਹੀ ਸਰੀਰ ਉੱਤੇ ਪਹਿਨਿਆ ਹੋਇਆ ਵਾ। ਕਿਸੇ ਲਿਬਾਸ ਨੂੰ ਵੇਖਿਆ ਰਾਮ ਚੇਤੇ ਆਉਂਦਾ ਹੈ, ਪਰਮੇਸ਼ਰ ਚੇਤੇ ਆਉਂਦਾ ਹੈ, ਤੇ ਕਿਸੇ ਲਿਬਾਸ ਨੂੰ ਵੇਖਿਆ ਕਾਮ ਚੇਤੇ ਆਉਂਦਾ ਬੰਦੇ ਨੂੰ। ਤੇ ਦੁਨੀਆ ਇਸ ਤਰ੍ਹਾਂ ਦਾ ਪਹਿਰਾਵਾ ਪਹਿਨਦੀ ਹੈ, ਅੱਧਾ ਕ ਸਰੀਰ ਨੰਗਾ ਕਰਕੇ ਧਾਰਮਿਕ ਸਥਾਨਾਂ ਤੇ ਲੋਕ ਤੁਰੇ ਫਿਰਦੇ। ਆਉਣਾ ਸੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਤੇ ਲੋਕ ਆਉਂਦੇ ਆਪਣਾ ਆਪ ਵਿਖਾਉਣ ਵਾਸਤੇ ਕਿ ਦੁਨੀਆ ਮੇਰੇ ਵੱਲੇ ਵੇਖੇ ਵੀ ਮੇਰਾ ਪਹਿਰਾਵਾ ਸਭ ਨਾਲੋਂ ਵੱਖਰਾ ਹੋਵੇ। ਤੇ ਸਤਿਗੁਰਾਂ ਨੇ ਬਾਣੀ 'ਚ ਕਹਿ ਦਿੱਤਾ ਵੀ ਨਾ ਇਹਨਾਂ ਕੋਲੇ ਧਰਮ ਹੈ ਤੇ ਨਾ ਸ਼ਰਮ ਹੀ ਰਹਿ ਗਈ ਹੈ, ਹਿਆ ਵੀ ਕੋਈ ਨਹੀਂ, ਸ਼ਰਮ ਵੀ ਕੋਈ ਨਹੀਂ। ਫਿਰ ਕਹਿ ਦਿੱਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ, ਸ਼ਰਮ ਧਰਮ ਦੋਏ ਛਾਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਭਾਈ ਲਾਲੋ, ਲੋਕਾਂ ਨੂੰ ਨਾ ਸ਼ਰਮ ਰਹਿ ਗਈ ਹੈ ਤੇ ਨਾ ਧਰਮ ਰਹਿ ਗਿਆ, ਕੂੜ ਹੀ ਪ੍ਰਧਾਨ ਹੋ ਗਿਆ। ਇਸ ਕਰਕੇ ਪਹਿਨਣਾ ਵੀ ਗੁਰੂ ਸਾਹਿਬ ਜੀ ਨੇ ਧਰਮ ਦੇ ਵਿੱਚ ਦੱਸਿਆ ਹੈ ਵੀ ਤੁਸੀਂ ਲਿਬਾਸ ਵੀ ਇਸ ਤਰ੍ਹਾਂ ਦਾ ਪਹਿਨੋ ਜਿਸ ਕਰਕੇ ਤੁਹਾਡੇ ਮਨ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਦਾ ਵਾਸਾ ਹੋਵੇ, ਤੇ ਦੂਸਰਾ ਜਿਹੜਾ ਤੁਹਾਡੇ ਤਨ ਵਾਲੇ ਵੇਖੇ ਉਹਨੂੰ ਵੀ ਪਰਮੇਸ਼ਰ ਚੇਤੇ ਆਵੇ।
ਵਸਤਰ ਜਿਹੜਾ ਹੈ ਉਹ ਸਾਧ ਸੰਗਤ ਜੀ ਆਪਣੇ ਤਨ ਨੂੰ ਕੱਜਣ ਵਾਸਤੇ ਹੈ, ਆਪਣੇ ਤਨ ਨੂੰ ਢੱਕਣ ਵਾਸਤੇ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਖਾਣ ਦੇ ਸੰਬੰਧ ਦੇ ਵਿੱਚ ਵੀ ਉਪਦੇਸ਼ ਦਿੱਤਾ। ਆਖਿਆ ਵੀ ਖਾਣਾ ਵੀ ਮਰਿਆਦਾ ਦਾ ਹੈ, ਖਾਣ ਦਾ ਵੀ ਅਸਰ ਮਨ ਦੇ ਉੱਤੇ ਹੁੰਦਾ ਵਾ, ਪਹਿਨਣ ਦਾ ਅਸਰ ਵੀ ਮਨ ਦੇ ਉੱਤੇ ਹੁੰਦਾ ਵਾ। ਜਿਸ ਤਰ੍ਹਾਂ ਦਾ ਭੋਜਨ ਕਰਦਾ ਹੈ, ਜਿਸ ਤਰ੍ਹਾਂ ਦਾ ਅੰਨ ਖਾਂਦਾ ਹੈ, ਉਸ ਤਰ੍ਹਾਂ ਦੀ ਹਾਲਤ ਮਨ ਦੀ ਹੋ ਜਾਂਦੀ ਹੈ। ਗੁਰਮੁਖਾਂ ਦਾ ਖਾਣਾ ਵੱਖਰਾ ਹੈ, ਮਨਮੁਖਾਂ ਦਾ ਖਾਣਾ ਵੱਖਰਾ ਹੈ। ਦੇਵਤਿਆਂ ਦਾ ਭੋਜਨ ਵੱਖਰਾ ਹੈ, ਦੈਂਤਾਂ ਦਾ ਭੋਜਨ ਵੱਖਰਾ ਹੈ, ਵੱਖਰੀ ਖੁਰਾਕ। ਤੇ ਉਹ ਖਾਣ ਦਾ ਵੀ ਅਸਰ ਮਨ ਦੇ ਉੱਤੇ ਹੁੰਦਾ। ਜਿਹੋ ਜਿਹਾ ਕੋਈ ਖਾਂਦਾ ਹੈ ਉਸ ਤਰ੍ਹਾਂ ਦਾ, ਜੈਸਾ ਅੰਨ ਤੈਸਾ ਮਨ, ਉਸ ਤਰ੍ਹਾਂ ਦੀ ਮਨ ਦੀ ਦਸ਼ਾ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਹਿ ਦਿੱਤਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ। ਤੇ ਪੀਣ ਦਾ ਵੀ ਮਨ ਦੇ ਉੱਤੇ ਅਸਰ ਹੁੰਦਾ ਹੈ। ਪੀਣ ਵਾਸਤੇ ਬਹੁਤ ਕੁਝ ਹੈ ਸੰਸਾਰ ਦੇ ਵਿੱਚ, ਪਰ ਸਾਰਾ ਮਰਿਆਦਾ ਦਾ ਨਹੀਂ ਹੈ। ਜੋ ਮਰਿਆਦਾ ਅਨੁਸਾਰ ਖਾਧਾ ਪੀਤਾ ਜਾਂਦਾ ਹੈ ਉਹਦਾ ਵੀ ਸੰਬੰਧ ਹੈ। ਇਸ ਕਰਕੇ ਬਹੁਤ ਕੁਝ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਇਹ ਭਾਈ ਛੱਡਣਾ। ਖਾਣਾ ਪੀਣਾ ਪਹਿਨਣਾ ਤੋਂ ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ। ਤੇ ਗੁਰਮੁਖਾਂ ਦਾ ਵੱਖਰਾ ਹੈ, ਮਨਮੁਖਾਂ ਦਾ ਵੱਖਰਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਿਵੇਂ ਇਹ ਜੀਵ ਨੇ ਪਰਮੇਸ਼ਰ ਨੂੰ ਭੁਲਾਇਆ ਹੈ ਤੇ ਕਿਵੇਂ ਆਪਣੇ ਮਨੁੱਖਾ ਜਨਮ ਨੂੰ ਇਸ ਨੇ ਨਾਸ ਕੀਤਾ ਹੈ, ਖਰਾਬ ਕੀਤਾ ਹੈ, ਨਿਸਫਲ ਕੀਤਾ ਹੈ। ਮਨਮੁਖ ਖੋਇਆ, ਮਨਮੁਖਤਾਈ ਕਰਕੇ ਇਸ ਨੇ ਪਰਮੇਸ਼ਰ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ। ਹਰ ਵੇਲੇ ਮਨ ਦੀ ਮਰਜ਼ੀ ਕਰਦਾ। ਗੁਰੂ ਸਾਹਿਬ ਜੀ ਨੇ ਆਖਿਆ, ਸਾਬਤ ਸੂਰਤ ਦਸਤਾਰ ਸਿਰਾ, ਵੀ ਸਿੱਖ ਸਾਬਤ ਸੂਰਤ ਰਵੇ, ਇਹਦੇ ਸੀਸ ਤੇ ਦਸਤਾਰ ਹੋਵੇ। ਇਹ ਮਹਾਰਾਜ ਸਾਹਿਬ ਜੀ ਨੇ ਆਗਿਆ ਦਿੱਤੀ। ਤੇ ਕਈ ਵਾਰੀ ਮਨ ਮਰਜ਼ੀ ਕਰਦਾ ਹੋਇਆ ਸਾਬਤ ਸੂਰਤ ਨੂੰ ਵੀ ਵਿਗਾੜ ਦਿੰਦਾ, ਭੰਨ ਦਿੰਦਾ, ਤੋੜ ਦਿੰਦਾ ਸਾਬਤ ਸੂਰਤ ਨੂੰ। ਕੇਸਾਂ ਦੀ ਵੀ ਬੇਅਦਬੀ ਕਰਦਾ ਹੈ, ਨੱਕ ਕੰਨ ਵੀ ਵਿੰਨ ਦਿੰਦਾ ਹੈ। ਪਰ ਮਹਾਰਾਜ ਨੇ ਸਾਬਤ ਸੂਰਤ ਰਹਿਣ ਦਾ ਹੁਕਮ ਦਿੱਤਾ। ਇਸ ਕਰਕੇ ਗੁਰੂ ਦੀ ਮਰਜ਼ੀ ਤੋਂ ਬਾਹਰ ਜਾ ਕਰਕੇ ਮਨ ਦੀ ਮਰਜ਼ੀ ਅਨੁਸਾਰ ਇਹ ਸਭ ਕੁਝ ਕੀਤਾ ਜਾਂਦਾ ਹੈ, ਮਨ ਦੀ ਮਤ ਅਨੁਸਾਰ। ਫਿਰ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਜਾਂਦਾ ਹੈ, ਮਨਮੁਖ ਬਣ ਜਾਂਦਾ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਤਾਂ ਕਰਕੇ ਆਪਣੇ ਮਨੁੱਖਾ ਜਨਮ ਨੂੰ ਇਸ ਨੇ ਨਿਸਫਲ ਮਨਮੁਖ ਬਣ ਕੇ ਖੋਇਆ, ਖਰਾਬ ਕੀਤਾ ਹੈ। ਮਨਮੁਖ ਖੋਇਆ ਤੇ ਲਾਧਾ ਮਨੁੱਖਾ ਜਨਮ ਸਫਲਾ ਕਿਹਨਾਂ ਨੇ ਕੀਤਾ ਹੈ? ਜਿਹੜੇ ਗੁਰਮੁਖ ਬਣੇ। ਗੁਰਮੁਖਾਂ ਨੇ ਲਾਧਾ ਸਫਲ ਕਰ ਲਿਆ ਆਪਣੇ ਮਾਨਸ ਜਨਮ ਨੂੰ। ਤੇ ਲਾਧਾ ਨਾਮ ਹੈ ਲੱਭਣ ਦਾ। ਗੁਰਮੁਖਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਲੱਭ ਲਿਆ, ਭਾਵ ਪ੍ਰਾਪਤ ਕਰ ਲਿਆ, ਲੱਭ ਲਿਆ। ਉਹ ਪ੍ਰਭੂ ਪਰਮੇਸ਼ਰ ਗਵਾਚੇ ਤਾਂ ਹੋਏ ਨਹੀਂ ਹਨ, ਗਵਾਚਾ ਤੇ ਮਨੁੱਖ ਹੀ ਹੋਇਆ। ਇਹ ਆਪ ਹੀ ਗਵਾਚਾ ਹੋਇਆ ਹੈ, ਪਰਮੇਸ਼ਰ ਨਹੀਂ ਗਵਾਚਾ ਹੋਇਆ। ਇਹਨੇ ਲੱਭਣਾ ਕਿੱਥੋਂ ਹੈ? ਜਦੋਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈਂਦਾ ਹੈ ਤੇ ਫਿਰ ਜੋ ਹਉਮੈ ਦਾ ਪਰਦਾ ਉੱਤੇ ਪਿਆ ਹੋਇਆ ਹੈ, ਜਿਸ ਕਰਕੇ ਵਾਹਿਗੁਰੂ ਜੀ ਦੇ ਨਾਲੋਂ ਇਹਦੀ ਦੂਰੀ ਹੈ, ਹਉਮੈ ਭੀਤ ਕਰਾਰੀ। ਉਸ ਹਉਮੈ ਦੀ ਕੰਧ ਨੂੰ ਸਤਿਗੁਰੂ ਜੀ ਦੂਰ ਕਰਦੇ ਆ ਤੇ ਫਿਰ ਇਹ ਵਾਹਿਗੁਰੂ ਜੀ ਨੂੰ ਲੱਭ ਲੈਂਦਾ, ਪ੍ਰਾਪਤ ਕਰ ਲੈਂਦਾ ਹੈ। ਇਹਦੇ ਨਾਲ ਹੀ ਸਾਰਾ ਖਜ਼ਾਨਾ ਇਹਦੇ ਕੋਲੇ ਹੀ। ਜਿਵੇਂ ਮਿਰਗ ਦੀ ਨਾਭੀ ਦੇ ਵਿੱਚ ਹੀ ਕਸਤੂਰੀ ਹੁੰਦੀ ਹੈ, ਪਰ ਉਹ ਜੰਗਲ ਦੇ ਵਿੱਚ ਮੂੰਹ ਮਾਰਦਾ ਫਿਰਦਾ, ਝਾੜੀਆਂ 'ਚ ਮੂੰਹ ਮਾਰਦਾ ਫਿਰਦਾ ਵੀ ਇੱਧਰੋਂ ਕਿਤੋਂ ਸੁਗੰਧੀ ਆਉਂਦੀ। ਜਦੋਂ ਕਿਤੇ ਉਹਦੀ ਨਾਭੀ ਨਾਲ ਜਾ ਕਰਕੇ ਨਾਸਕਾਂ ਲੱਗਦੀਆਂ, ਉਹਨੂੰ ਫਿਰ ਪਤਾ ਲੱਗਦਾ ਵੀ ਇਹ ਸੁਗੰਧੀ ਤੇ ਮੇਰੇ ਅੰਦਰੋਂ ਆਉਂਦੀ ਸੀ, ਮੈਂ ਬਾਹਰੋਂ ਝਾੜੀਆਂ 'ਚ ਲੱਭਦਾ ਫਿਰਦਾ। ਜਿਉਂ ਕਸਤੂਰੀ ਮਿਰਗਣਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਵੇਂ ਮਿਰਗ ਕਸਤੂਰੀ ਨੂੰ ਨਹੀਂ ਜਾਣਦਾ, ਇਸੇ ਤਰ੍ਹਾਂ ਇਹ ਜੀਵ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ।
ਇਹ ਬਾਹਰੋਂ ਲੱਭਦਾ ਫਿਰਦਾ ਹੈ, ਪਰ ਉਹ ਵਾਹਿਗੁਰੂ ਪਰਮੇਸ਼ਰ ਇਹਦੇ ਅੰਦਰ ਹੀ ਵਸੇ ਹੋਏ ਹਨ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਇਹ ਇਹਦੇ ਅੰਦਰ ਹੀ ਹੈ। ਮਹਾਰਾਜ ਕਹਿੰਦੇ ਬਾਹਰ ਨਹੀਂ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਦੇਹੀ ਦੇ ਵਿੱਚ ਹੀ ਨਾਮ ਦਾ ਖਜ਼ਾਨਾ ਹੈ। ਇਸ ਦੇਹੀ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਆਪ ਵਸੇ ਹੋਏ। ਇਹ ਸਾਰਿਆਂ ਦੇ ਅੰਦਰ ਉਹਨਾਂ ਦੀ ਜੋਤ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਪਰ ਲਾਧਾ ਲੱਭਿਆ ਕਦੋਂ? ਜਦੋਂ ਗੁਰਮੁਖ ਬਣਿਆ। ਜਿੰਨਾ ਚਿਰ ਮਨਮੁਖ ਰਿਹਾ ਉਹਨਾਂ ਚਿਰ ਤਾਂ ਪਰਮੇਸ਼ਰ ਵਾਹਿਗੁਰੂ ਜੀ ਤੋਂ ਇਹ ਵਿਛੜਿਆ ਹੀ ਰਿਹਾ, ਪ੍ਰਭੂ ਨੂੰ ਭੁਲਾ ਹੀ ਛੱਡਿਆ ਇਸਨੇ। ਉਹ ਵਾਹਿਗੁਰੂ ਜੀ ਤੋਂ ਦੂਰੀ ਬਣੀ ਰਹੀ। ਪਰ ਜਦੋਂ ਗੁਰਮੁਖ ਬਣ ਗਿਆ, ਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ ਸਿੱਧੋ, ਤੇ ਫਿਰ ਗੁਰੂ ਕੀ ਸ਼ਰਨ ਵਿੱਚ ਆਉਣੇ ਕਰਕੇ ਇਹਨੇ ਗੁਰਮੁਖ ਬਣ ਕੇ ਗੁਰੂ ਕੀ ਕਿਰਪਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਜੀ ਨੂੰ ਲੱਭ ਲਿਆ। ਜਿਵੇਂ ਭਗਤ ਪੀਪਾ ਜੀ ਕਹਿੰਦੇ ਵੀ ਜੋ ਪ੍ਰਭੂ ਜੀ ਸਾਰੇ ਬ੍ਰਹਿਮੰਡ ਵਿੱਚ ਵਸਦੇ ਆ, ਉਹ ਸਰੀਰ ਵਿੱਚ ਵੀ ਵਸਦੇ। ਉਹ ਇੱਕੋ ਜਿਹੇ ਵਸਦੇ ਸਾਰੇ ਪਾਸੇ। ਜੋ ਬ੍ਰਹਿਮੰਡੇ ਸੋਈ ਪਿੰਡੇ। ਪਰ ਪ੍ਰਾਪਤੀ ਕਿਸ ਨੂੰ ਹੈ? ਜੋ ਖੋਜੈ ਸੋ ਪਾਵੈ। ਜਿਹੜਾ ਖੋਜਦਾ ਹੈ ਉਹ ਪ੍ਰਾਪਤ ਕਰਦਾ ਹੈ। ਤੇ ਖੋਜਣਾ ਕਿਵੇਂ ਹੈ? ਸਤਿਗੁਰੂ ਜੀ ਦੀ ਸ਼ਰਨ ਪੈ ਕੇ। ਖੋਜਣ ਦਾ ਢੰਗ ਤਰੀਕਾ, ਭਾਲਣ ਦਾ ਢੰਗ ਤਰੀਕਾ ਸਤਿਗੁਰੂ ਹੀ ਦੱਸਣਗੇ। ਸਤਿਗੁਰਾਂ ਤੋਂ ਬਿਨਾਂ ਕੋਈ ਦੂਜਾ ਨਹੀਂ ਦੱਸ ਸਕਦਾ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਸਤਿਗੁਰੂ ਲਿਖਾਉਂਦੇ ਆ, ਸਤਿਗੁਰੂ ਜਣਾਉਂਦੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ। ਜੋ ਸ਼ਾਮ ਦੀ ਕਥਾ ਚੱਲ ਰਹੀ ਹੈ ਸਾਧ ਸੰਗਤ ਜੀ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ, ਉਹ ਕਥਾ ਇੱਥੇ ਪਹੁੰਚੀ ਹੈ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਹੁਣ ਸੱਚਖੰਡ ਪਿਆਨਾ ਕਰਨ ਲੱਗੇ। ਤੇ ਮਹਾਰਾਜ ਜੀ ਨੇ ਸੱਚਖੰਡ ਪਿਆਨੇ ਤੋਂ ਪਹਿਲਾਂ ਕੱਤਕ ਮਹੀਨੇ ਦੇ ਵਿੱਚ ਜੋ ਮੱਸਿਆ ਦਾ ਦਿਨ ਆਇਆ ਹੈ, ਮੱਸਿਆ ਤੋਂ 2 ਦਿਨ ਬਾਅਦ ਅਥਵਾ ਦੀਵਾਲੀ ਤੋਂ 2 ਦਿਨ ਬਾਅਦ ਕੱਤਕ ਸੁਦੀ ਦੂਜ ਵਾਲੇ ਦਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ। ਭਾਈ ਮਣੀ ਸਿੰਘ ਜੀ ਨੂੰ ਤਾਬਿਆ ਸੇਵਾ ਦੇ ਵਿੱਚ ਹਾਜ਼ਰ ਕੀਤਾ। ਭਾਈ ਮਣੀ ਸਿੰਘ ਜੀ ਚੌਰ ਪ੍ਰਤਾਰ ਚੌਰ ਕਰ ਰਹੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ। ਤੇ 5 ਸਿੰਘ ਖਾਲਸੇ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਨੇ ਲੈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹਾਜ਼ਰ ਕੀਤੇ। ਭਾਈ ਧਰਮ ਸਿੰਘ ਜੀ, ਭਾਈ ਹਰ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ ਤੇ ਭਾਈ ਦੀਪ ਸਿੰਘ ਜੀ। ਇਹ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ 18 ਸ਼ੇਰ ਦਾ ਖੰਡਾ ਖੜਕਾਇਆ ਸੀਸ ਦਲੀ ਤੇ ਰੱਖ ਕੇ, ਉਹ ਵੀ 5 ਸਿੰਘਾਂ ਦੇ ਵਿੱਚ ਹਾਜ਼ਰ। ਬਾਬਾ ਗੁਰਬਖਸ਼ ਸਿੰਘ ਜੀ ਉਹ ਸਿੰਘ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਉਹਨਾਂ ਦਾ ਸ਼ਹੀਦੀ ਅਸਥਾਨ ਹੈ। ਇਹ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਬਾਅਦ ਵਿੱਚ ਦਮਦਮੀ ਟਕਸਾਲ ਦੇ ਦੂਸਰੇ ਜਥੇਦਾਰ ਮਹਾਂਪੁਰਖ ਸਨ। ਭਾਈ ਹਰ ਸਿੰਘ ਜੀ ਉਹ ਸਨ ਗੁਰੂ ਕੇ ਪਿਆਰੇ ਸਿੰਘ ਜਿਹੜੇ ਕਲਗੀਧਰ ਪਾਤਸ਼ਾਹੀ ਦੀ ਰੋਜ਼ ਦੀ ਡਾਇਰੀ ਲਿਖਿਆ ਕਰਦੇ ਸਨ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਫਿਰ ਮਹਾਰਾਜ ਨੇ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਉਥੋਂ ਦੀ ਸੇਵਾ ਸੰਭਾਲ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਇਹ 5 ਸਿੰਘ ਮਹਾਰਾਜ ਸਾਹਿਬ ਨੇ ਸਨਮੁਖ ਸੇਵਾ ਵਿੱਚ ਹਾਜ਼ਰ ਕੀਤੇ। ਭਾਈ ਮਣੀ ਸਿੰਘ ਸਾਹਿਬ ਜੀ ਚੌਰ ਕਰਦੇ 5 ਪੈਸੇ ਨਾਲੀਏਰ ਲੈ ਕਰਕੇ ਤੇ ਗਾਤਰੇ ਵਾਲੀ ਵੱਡੀ ਸ੍ਰੀ ਸਾਹਿਬ ਮਹਾਰਾਜ ਸਾਹਿਬ ਜੀ ਨੇ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਿਕਰਮਾ ਕੀਤੀਆਂ। 5 ਪੈਸੇ ਨਾਲੀਏਰ ਤੇ ਸ੍ਰੀ ਸਾਹਿਬ ਭੇਟ ਕਰਕੇ ਨਮਸਕਾਰ ਕੀਤੀ
ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਇਮਾਨ ਕੀਤੀ। ਗੁਰਤਾ ਗੱਦੀ ਬਖਸ਼ਿਸ਼ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਫਿਰ ਆਪਣੀ ਰਸਨਾ ਤੋਂ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਫਰਮਾਏ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਇਹ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਦੇ ਬਚਨ ਹਨ। ਸਤਿਗੁਰੂ ਜੀ ਨੇ ਖਾਲਸੇ ਨੂੰ ਇਹ ਆਗਿਆ ਕੀਤੀ, ਗੁਰਿਆਈ ਦੇ ਕੇ ਕਹਿਣ ਲੱਗੇ, ਖਾਲਸਾ ਜੀ ਸਾਡੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੈ। ਅੱਜ ਤੋਂ ਤੁਹਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਤੇ ਜਿਨ੍ਹਾਂ ਨੇ ਵੀ ਭਾਈ ਅੱਜ ਤੋਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਨੂੰ ਮਿਲਣਾ ਹੈ ਨਾ, ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਣਾ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਮਿਲ ਸਕਦਾ। ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਉਹ ਸ਼ਬਦ ਦੇ ਵਿੱਚੋਂ ਵਾਹਿਗੁਰੂ ਦੀ ਖੋਜ ਕਰੇ, ਸ਼ਬਦ ਨਾਲ ਜੁੜ ਕਰਕੇ ਆਪਣੇ ਅੰਦਰੋਂ ਖੋਜ ਕਰੇ। ਸ਼ਬਦ ਦੇ ਦੁਆਰਾ ਹੀ ਮਹਾਰਾਜ ਸਾਹਿਬ ਕਹਿੰਦੇ ਪ੍ਰਭੂ ਦੇ ਨਾਲ ਮਿਲਾਪ ਹੋਵੇਗਾ। ਉਹ ਵਾਹਿਗੁਰੂ ਜੀ ਤਾਂ ਘਟ ਘਟ ਵਿੱਚ ਵਸ ਰਹੇ ਆ ਸਾਧ ਸੰਗਤ। ਕੋਈ ਥਾਂ ਮਹਾਰਾਜ ਸਾਹਿਬ ਨੇ ਆਖਿਆ ਪਰਮੇਸ਼ਰ ਤੋਂ ਬਿਨਾ ਖਾਲੀ ਨਹੀਂ। ਹਰੇਕ ਜਰੇ ਜਰੇ ਦੇ ਵਿੱਚ ਓਨੇ ਹੀ ਕੀੜੀ ਵਿੱਚ ਵਿਆਪਕ ਆ ਤੇ ਓਨੇ ਹੀ ਹਾਥੀ ਵਿੱਚ ਆ। ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਇਹ ਜਿਨ੍ਹਾਂ ਨੂੰ ਨਜ਼ਰ ਪ੍ਰਾਪਤ ਹੋਈ, ਜਿਨ੍ਹਾਂ ਨੂੰ ਇਹ ਦ੍ਰਿਸ਼ਟੀ ਪ੍ਰਾਪਤ ਹੋਈ, ਉਹਨਾਂ ਗੁਰਮੁਖਾਂ ਨੇ, ਭਗਤਾਂ ਨੇ, ਮਹਾਂਪੁਰਖਾਂ ਨੇ ਕਥਨ ਕੀਤਾ ਵੀ ਵਾਹਿਗੁਰੂ ਜੀ ਸਾਰੇ ਥਾਵਾਂ ਤੇ ਇੱਕੋ ਜਿਹੇ ਵਿਆਪਕ ਆ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਹਰ ਇੱਕ ਨੇ ਇਸ ਗੱਲ ਨੂੰ ਨਹੀਂ ਆਖਿਆ, ਸੰਤਾਂ ਨੇ ਇਹ ਗੱਲ ਪੁਕਾਰ ਕੇ ਆਖੀ, ਕਿਉਂਕਿ ਉਹਨਾਂ ਨੇ ਦਰਸ਼ਨ ਕੀਤਾ ਵਾਹਿਗੁਰੂ ਜੀ ਦਾ। ਭਗਤ ਨਾਮਦੇਵ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ, ਜਿੰਨਿਆਂ ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਅੰਕਿਤ, ਉਹ ਸਾਰੇ ਭਗਤ ਪਰਮੇਸ਼ਰ ਜੀ ਦਾ ਪ੍ਰਤੱਖ ਦਰਸ਼ਨ ਕਰਦੇ ਆ ਤੇ ਉਹ ਕਹਿੰਦੇ ਆ ਵਾਰ-ਵਾਰ ਆਪਣੀ ਰਸਨਾ ਤੋਂ। ਜਿਵੇਂ ਭਗਤ ਨਾਮਦੇਵ ਸਾਹਿਬ ਜੀ ਫਰਮਾਉਂਦੇ ਹੋਏ ਆ ਬਚਨ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਅਸਥਾਵਰ ਜਿਹੜੇ ਇੱਕ ਥਾਂ ਤੇ ਰਹਿਣ ਵਾਲੇ, ਪੱਥਰ ਪਹਾੜ ਆਦਿ। ਜੰਗਮ ਜਿਨ੍ਹਾਂ ਨੂੰ ਲੱਤਾਂ ਲੱਗੀਆਂ ਹੋਈਆਂ, ਮਨੁੱਖ ਪਸ਼ੂ ਪੰਛੀ ਆਦਿ ਤੁਰਨ ਵਾਲੇ, ਜੰਗਾਂ ਵਾਲੇ। ਕੀਟ ਪਤੰਗਮ, ਕੀੜੇ ਤੇ ਪਤੰਗੇ। ਕੀੜੇ ਜਿਹੜੇ ਨਿੱਕੇ ਨਿੱਕੇ ਤੁਰਦੇ ਆ ਧਰਤੀ ਤੇ, ਉਹਨਾਂ ਨੂੰ ਲੱਤਾਂ ਲੱਗੀਆਂ ਹੋਈਆਂ, ਤੇ ਪਤੰਗੇ ਜਿਨ੍ਹਾਂ ਨੂੰ ਲੱਤਾਂ ਵੀ ਲੱਗੀਆਂ ਹੋਈਆਂ ਤੇ ਖੰਭ ਵੀ ਲੱਗੇ ਹੋਏ। ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਉਹਨਾਂ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਵਸ ਰਹੀ। ਇਹ ਦ੍ਰਿਸ਼ਟੀ ਹੁਣ ਭਗਤ ਨੂੰ ਪ੍ਰਾਪਤ ਹੋਈ, ਹਰ ਇੱਕ ਨੂੰ ਨਹੀਂ ਮਿਲੀ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਤੋ ਵਾਹਿਗੁਰੂ ਪਰਮੇਸ਼ਰ ਹੈ ਤਾਂ ਸਾਰੇ ਥਾਵਾਂ ਤੇ ਵਿਆਪਕ, ਪਰ ਮਹਾਰਾਜ ਕਹਿੰਦੇ ਵੀ ਲੱਭੇ ਉਹਨਾਂ ਨੂੰ ਆ ਜਿਹੜੇ ਗੁਰੂ ਕੀ ਸ਼ਰਨ ਪਏ। ਮਨਮੁਖਾਂ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ, ਵਾਹਿਗੁਰੂ ਜੀ ਦੇ ਸਰੂਪ ਨੂੰ ਭੁਲਾ ਦਿੱਤਾ, ਆਪਣੇ ਮਨੁੱਖਾ ਜਨਮ ਨੂੰ ਅਜਾਈ ਗਵਾ ਲਿਆ, ਮਨਮੁਖ ਹੋਇਆ, ਗੁਰਮੁਖ ਲਾਧਾ। ਤੇ ਗੁਰਮੁਖਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਨੂੰ ਲੱਭ ਲਿਆ। ਹੈ ਤਾਂ ਉਹ ਸਾਰੇ ਥਾਵਾਂ ਤੇ ਨਾਲ ਹੀ ਵਸਦੇ ਸੀ, ਪਰ ਜਿੰਨਾ ਚਿਰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਨਹੀਂ ਆਏ, ਉਹਨਾਂ ਚਿਰ ਨਾਲ ਵਸਦੇ ਹੋਏ ਵੀ ਪ੍ਰਾਪਤ ਨਾ ਹੋਏ। ਵੇਖੋ ਬਾਣੀ ਵਿੱਚ ਵਾਰ-ਵਾਰ ਮਹਾਰਾਜ ਸਾਹਿਬ ਨੇ ਇਹ ਬਚਨ ਕਹੇ ਆ ਵੀ ਪਰਮੇਸ਼ਰ ਵਾਹਿਗੁਰੂ ਜੀ ਬੰਦਿਆ ਤੇਰੇ ਅੰਦਰ ਹੀ ਉਹਦੀ ਜੋਤ ਵਾ।
ਜਿਵੇਂ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਤੇ ਉਹ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਕਹਿੰਦੇ ਰੱਬ ਤਾਂ ਹਿਰਦੇ ਵਿੱਚ ਵਸਦਾ ਸੀ, ਜੰਗਲ ਵਿੱਚ ਕੀ ਢੂੰਡ ਕਰਨੀ, ਜੰਗਲ ਵਿੱਚ ਉਸ ਨੂੰ ਕੀ ਢੂੰਡਣਾ ਹੈ। ਪਰ ਜਿਹੜਾ ਹਿਆਲੀਏ ਹਿਰਦੇ ਵਿੱਚ ਵਸਦਾ, ਅੰਦਰ ਵਸਦਿਆਂ ਹੋਇਆਂ ਫਿਰ ਵੀ ਜੀਵ ਦੁਖੀ ਹੈ। ਪ੍ਰਭੂ ਨੂੰ ਆਨੰਦ ਆਖਿਆ ਹੈ, ਸਤ ਚੇਤਨ ਆਨੰਦ ਸਰੂਪ ਹੈ। ਉਹ ਸਤ ਹੈ, ਚੇਤਨ ਹੈ, ਆਨੰਦ ਹੈ। ਉਹ ਆਨੰਦ ਦਾ ਘਰ ਹੈ, ਆਨੰਦ ਦਾ ਸਾਗਰ ਹੈ, ਤੇ ਜੀਵ ਦੇ ਅੰਦਰ ਵਸਦਾ ਹੈ ਤੇ ਜੀਵ ਫੇਰ ਦੁਖੀ ਹੈ। ਸੁੱਖਾਂ ਦਾ ਦਾਤਾ ਅੰਦਰ ਹੈ, ਇਹ ਫੇਰ ਦੁਖੀ ਹੈ। ਸਾਰੀਆਂ ਚਿੰਤਾ ਮੇਟਣ ਵਾਲਾ ਅੰਦਰ ਬੈਠਾ ਹੋਇਆ ਹੈ, ਬੰਦਾ ਫੇਰ ਚਿੰਤਾ ਦਾ ਗਰਸਿਆ ਹੋਇਆ ਹੈ। ਕਾਰਨ ਕੀ? ਗੁਰੂ ਸਾਹਿਬ ਕਹਿੰਦੇ ਸਾਂਝ ਨਹੀਂ ਪਈ, ਹੈ ਅੰਦਰ ਹੀ ਆ ਪਰ ਮਿਲਾਪ ਨਹੀਂ ਹੋਇਆ, ਦੂਰੀ ਪਈ ਹੋਈ ਆ। ਦੂਰੀ ਦੂਰ ਕਰਦੇ ਆ ਸਤਿਗੁਰੂ ਜੀ। ਮਹਾਰਾਜ ਸਾਹਿਬ ਨੇ ਆਖਿਆ, ਭਾਈ ਜੇ ਪਰਮੇਸ਼ਰ ਨੂੰ ਮਿਲਣਾ ਫਿਰ ਸ਼ਬਦ ਦੁਆਰਾ ਖੋਜਣਾ ਪਵੇਗਾ, ਗੁਰੂ ਕੇ ਸ਼ਬਦ ਦੇ ਰਾਹੀਂ ਮਿਲ ਸਕੋਗੇ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਦੇ ਨਾਲ ਮਹਾਰਾਜ ਕਹਿੰਦੇ ਵੀ ਪੰਥ ਸਾਜਿਆ ਤੇ ਹੁਣ ਸਾਰਿਆਂ ਨੂੰ ਹੁਕਮ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੀ ਤੁਹਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲੇਹ। ਪ੍ਰਭੂ ਨਾਲ ਮਿਲਣ ਵਾਸਤੇ ਭਾਈ ਸ਼ਬਦ ਨਾਲ ਜੁੜਨਾ ਪਵੇਗਾ, ਸ਼ਬਦ ਦੇ ਨਾਲ ਸੁਰਤ ਜੋੜਨੀ ਪਵੇਗੀ, ਤੇ ਸ਼ਬਦ ਦੇ ਨਾਲ ਜੁੜ ਕਰਕੇ ਸੁਰਤ ਸ਼ਬਦ ਭਵ ਸਾਗਰ ਤਰੀਐ। ਫਿਰ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ, ਫਿਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇਗੀ। ਜਿਨ੍ਹਾਂ ਨੇ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਸ਼ਬਦ ਦੇ ਨਾਲ ਸੁਰਤ ਨੂੰ ਜੋੜਿਆ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਲੱਭ ਲੈਣਾ ਕੀਤਾ, ਕਿਉਂਕਿ ਉਹ ਅੰਦਰ ਹੀ ਆ। ਮਹਾਰਾਜ ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਇਆਲ, ਸਰਬ ਲੋਕ ਪੂਰਨ ਪ੍ਰਤਿਪਾਲ। ਬਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਅਖੀਰ ਤੇ ਜਾ ਕੇ ਆਖਿਆ ਗੁਰ ਪ੍ਰਸਾਦ ਨਾਨਕ ਸੁਖ ਪਾਓ। ਜਿਹੜਾ ਸਰਬ ਵਿਆਪਕ ਵਾ, ਸੁੱਖਾਂ ਦਾ ਦਾਤਾ, ਉਹਦੀ ਪ੍ਰਾਪਤੀ ਗੁਰ ਪ੍ਰਸਾਦ ਹੋਣੀ ਹੈ, ਗੁਰੂ ਦੀ ਕਿਰਪਾ ਨਾਲ। ਬਾਣੀ ਉਚਾਰਦਿਆਂ ਮਹਾਰਾਜ ਸਾਹਿਬ ਜੀ ਬਹੁਤ ਵਾਰੀ ਮੰਗਲ ਕਰਦੇ ਆ, ਤੇ ਮੰਗਲ ਦੇ ਵਿੱਚ ਮਹਾਰਾਜ ਸਾਹਿਬ ਜੀ ਇਹ ਬਚਨ ਉਚਾਰਨ ਕਰਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੈਂਕੜੇ ਵਾਰੀ ਇਹ ਮੰਗਲ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਜਿਹਦਾ ਅਰਥ ਕਰਦੇ ਹੋਏ ਮਹਾਂਪੁਰਖਾਂ ਨੇ ਬਚਨ ਕਹੇ ਕਿ ਜੋ ਪ੍ਰਮਾਤਮਾ ਇੱਕ ਹੈ, ਸਾਰੀ ਸ੍ਰਿਸ਼ਟੀ ਦੀ ਰਚਨਾ ਪਾਲਣਾ ਲੈਤਾ ਕਰਨ ਵਾਲਾ ਹੈ, ਉਹਦੀ ਪ੍ਰਾਪਤੀ ਹੋਣੀ ਹੈ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਇਸ ਕਰਕੇ ਸੁਖਮਨੀ ਸਾਹਿਬ ਦਾ ਪਾਠ ਜਦੋਂ ਆਪਾਂ ਕਰਦੇ ਹਾਂ ਤੇ ਅਖੀਰਲੀ ਅਸ਼ਟਪਦੀ ਚ ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੋਹਣੇ ਉਪਦੇਸ਼। ਫਿਰ ਕੀ ਹੋਵੇਗਾ? ਪਾਰ ਬ੍ਰਹਮ ਨੂੰ ਵੇਖ ਲਵੇਂਗਾ ਤੂੰ। ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਨ ਵਾਲੀਆਂ ਤੈਨੂੰ ਅੱਖਾਂ ਮਿਲ ਜਾਣਗੀਆਂ ਗੁਰੂ ਸਾਹਿਬ ਦੇ ਪਾਸੇ। ਉਹ ਐਸੀਆਂ ਭਾਵਨਾ ਵਾਲੀਆਂ ਅੱਖਾਂ ਜਿਨ੍ਹਾਂ ਨੂੰ ਬਾਣੀ ਚ ਆਖਿਆ, ਨਾਨਕ ਸੇ ਅਖੜੀਆਂ ਬਿਆਨ ਜਿਨੀ ਡਸੰਦੋ ਮਾ ਪੀਰੀ। ਉਹ ਅੱਖਾਂ ਹੀ ਹੋਰ ਵਾ ਜਿਨ੍ਹਾਂ ਨਾਲ ਮੇਰਾ ਪਿਆਰਾ ਪਰਮੇਸ਼ਰ ਦਿਸਦਾ। ਦਿਸਦਾ ਕਿੱਥੋਂ ਹੈ? ਸਤਿਗੁਰੂ ਕਹਿੰਦੇ ਇੱਥੇ ਸ੍ਰਿਸ਼ਟੀ ਦੇ ਵਿੱਚੋਂ ਹੀ ਦਿਸਦਾ, ਇਸ ਬ੍ਰਹਿਮੰਡ ਦੇ ਵਿੱਚੋਂ ਹੀ ਉਹ ਬ੍ਰਹਿਮੰਡ ਦਾ ਮਾਲਕ ਨਜ਼ਰੀ ਆਉਂਦਾ। ਭਾਈ ਨੰਦ ਲਾਲ ਸਾਹਿਬ ਜੀ ਨੂੰ ਇਹ ਅੱਖੀਆਂ ਮਿਲੀਆਂ ਤੇ ਉਹਨਾਂ ਨੇ ਕਹਿ ਦਿੱਤਾ, ਉਹ ਕਹਿੰਦੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਸਾਰੇ ਪਾਸੇ ਮੈਨੂੰ ਤਾਂ ਦਿਸਦੇ। ਜਦੋਂ ਸ਼ਿਕਾਇਤ ਵੀ ਲੱਗੀ ਸੀ ਭਾਈ ਕਨਈਆ ਜੀ ਦੀ, ਉਹਨਾਂ ਦੀ ਵੀ ਐਸੀ ਅਵਸਥਾ ਸੀ। ਉਹਨਾਂ ਕਿਹਾ ਮਹਾਰਾਜ ਮੈਨੂੰ ਤਾਂ ਕੋਈ ਤੁਰਕਾ ਤੁਰਕ ਦਿਸਦਾ ਹੀ ਨਹੀਂ ਹੈ, ਮੈਨੂੰ ਤੇ ਸਭ ਪਾਸੇ ਆਪ ਹੀ ਦਿਸਦੇ ਹੋ, ਮੈਂ ਤਾਂ ਆਪ ਜੀ ਨੂੰ ਹੀ ਪਾਣੀ ਪਿਆਉਂਦਾ।
ਤੁਸੀਂ ਮਹਾਰਾਜ ਸਭ ਪਾਸੇ ਮੈਨੂੰ ਦਿਸਦੇ ਹੋ। ਇਹ ਅਵਸਥਾ ਭਾਈ ਕਨ੍ਹਈਆ ਜੀ ਦੀ ਹੋਈ ਸੀ। ਐਸੀ ਅਵਸਥਾ ਭਾਈ ਨੰਦ ਲਾਲ ਸਾਹਿਬ ਜੀ ਦੀ ਹੋਈ ਤਾਂ ਉਹਨਾਂ ਕਹਿ ਦਿੱਤਾ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸਮ ਗੁਰ ਗੋਬਿੰਦ ਸਿੰਘ। ਕਹਿੰਦੇ ਸਾਰੀਆਂ ਅੱਖਾਂ ਦੇ ਵਿੱਚ ਨੂਰ ਜਲਵਾ ਵੇਖਣ ਵਾਲੀ ਸ਼ਕਤੀ ਗੁਰੂ ਗੋਬਿੰਦ ਸਿੰਘ ਆ। ਸਾਰਿਆਂ ਸਰੀਰਾਂ ਦੇ ਵਿੱਚ ਰੂਹ, ਕਹਿੰਦੇ ਮੈਨੂੰ ਤਾਂ ਇੱਕੋ ਹੀ ਰੂਹ ਦਿਸਦੀ ਆ, ਗੁਰੂ ਗੋਬਿੰਦ ਸਿੰਘ ਆ। ਕਹਿੰਦੇ ਸਾਰੀਆਂ ਸਰੀਰਾਂ ਦੇ ਵਿੱਚ ਰੂਹ ਜਿਹੜੀ ਆ ਉਹ ਗੁਰੂ ਗੋਬਿੰਦ ਸਿੰਘ ਜੀ ਦੀ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸਮ, ਚਸਮ ਕਹਿੰਦੇ ਨੇਤਰਾਂ, ਨੇਤਰਾਂ ਦੇ ਵਿੱਚ ਕਹਿੰਦੇ ਨੂਰ ਗੁਰੂ ਗੋਬਿੰਦ ਸਿੰਘ ਜੀ। ਮਹਾਰਾਜ ਕਹਿੰਦੇ ਵੀ ਉਹ ਜਿਹੜੀਆਂ ਅੱਖਾਂ ਵਾ ਉਹ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੁੰਦੀਆਂ ਭਾਈ, ਪੂਰੇ ਗੁਰੂ ਦੇ ਉਪਦੇਸ਼ ਨਾਲ ਜੁੜੀਆਂ ਮਿਲਦੀਆਂ, ਜਿਨ੍ਹਾਂ ਅੱਖਾਂ ਦੇ ਨਾਲ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਹੁਣ ਪਾਰ ਬ੍ਰਹਮ ਪਹਿਲਾਂ ਵੀ ਨੇੜੇ ਹੀ ਸੀ, ਪਹਿਲਾਂ ਦੂਰ ਨਹੀਂ ਸੀ ਉਹ, ਪਰ ਪੂਰੇ ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਪੂਰੇ ਗੁਰੂ ਦਾ ਉਪਦੇਸ਼ ਨਹੀਂ ਮੰਨਿਆ, ਪੂਰੇ ਗੁਰੂ ਦੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ। ਇਸ ਕਰਕੇ ਨੇੜੇ ਵਸਦਾ ਹੋਇਆ ਵੀ ਦੂਰ ਹੈ, ਨੇੜੇ ਪਰ ਜੀਵ ਨੇ ਉਹਨੂੰ ਦੂਰ ਸਮਝਿਆ ਹੋਇਆ, ਭੁਲਾਇਆ ਹੋਇਆ। ਕੋਈ ਸੰਬੰਧੀ ਆ, ਪਰਿਵਾਰ ਦਾ ਮੈਂਬਰ ਵਾ, ਜੇ ਚੇਤੇ ਚੋਂ ਭੁੱਲ ਜਾਵੇ ਤੇ ਨੇੜੇ ਵਸਦਾ ਹੋਇਆ ਵੀ ਦੂਰ ਹੋ ਗਿਆ। ਜੇ ਦੂਰ ਹੈ, ਵਿਦੇਸ਼ ਵਿੱਚ ਬੈਠਾ ਆ, ਉਹਦਾ ਚੇਤਾ ਹੈ, ਤੇ ਦੂਰ ਬੈਠਾ ਹੋਇਆ ਵੀ ਨੇੜੇ ਆ। ਜਿਹਦੇ ਨਾਲ ਸਾਂਝ ਹੋਵੇ, ਜਿਹਦੀ ਯਾਦ ਆਵੇ ਉਹ ਨੇੜੇ ਹੁੰਦਾ ਵਾ, ਜਿਹਦਾ ਚੇਤਾ ਭੁੱਲ ਜਾਵੇ ਉਹ ਨੇੜੇ ਹੁੰਦਾ ਵੀ ਦੂਰ ਹੋ ਜਾਂਦਾ। ਤਾਂ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ। ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਪੂਰੇ ਗੁਰੂ ਨੂੰ ਜਦੋਂ ਨਮਸਕਾਰ ਕੀਤੀ ਤੇ ਫਿਰ ਪੂਰੇ ਗੁਰੂ ਨੇ ਕਿਰਪਾ ਕੀਤੀ, ਗੁਰਮੁਖਤਾਈ ਵਾਲਾ ਜੀਵਨ ਪ੍ਰਾਪਤ ਹੋਇਆ, ਗੁਰਮੁਖ ਨਾਮਦਾਨ ਇਸ਼ਨਾਨ। ਤਾਂ ਐਸੇ ਗੁਰਮੁਖਾਂ ਨੇ ਮਹਾਰਾਜ ਕਹਿੰਦੇ ਲਾਧਾ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਨੂੰ ਲੱਭ ਲਿਆ, ਪ੍ਰਭੂ ਦੇ ਦਰਸ਼ਨ ਕਰ ਲਏ। ਸਤਿਗੁਰ ਮਿਲੈ ਅੰਧੇਰਾ ਜਾਏ। ਸਿੱਧਾ ਨੇ ਸਵਾਲ ਕੀਤਾ ਸੀ ਵੀ ਕਿਉਂ ਕਰ ਅੰਧਿਆਰਾ, ਅੰਧੇਰਾ ਕਿਵੇਂ ਜਾ ਸਕਦਾ ਹੈ, ਅੰਧੇਰਾ ਜਿਹੜਾ ਫੈਲਿਆ ਹੋਇਆ ਹੈ ਇਹ ਕਿਵੇਂ ਦੂਰ ਹੋਵੇਗਾ। ਤੇ ਮਹਾਰਾਜ ਸਾਹਿਬ ਕਹਿੰਦੇ ਸਤਿਗੁਰ ਮਿਲੇ, ਜਦੋਂ ਪੂਰਾ ਸਤਿਗੁਰੂ ਮਿਲ ਜਾਵੇ ਨਾ ਤੇ ਫਿਰ ਅੰਧੇਰਾ ਜਾਏ, ਫਿਰ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਵੇਗਾ। ਕਿਉਂਕਿ ਗੁਰੂ ਤੋਂ ਬਿਨਾਂ ਹਨੇਰਾ ਨਹੀਂ ਜਾਂਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਹ ਅਗਿਆਨਤਾ ਦਾ ਅੰਧੇਰਾ। ਹਨੇਰੇ ਵਿੱਚ ਕੀ ਹੈ, ਰਾਹ ਭੁੱਲ ਜਾਈਦਾ। ਹਨੇਰੇ ਵਿੱਚ ਕੀ ਹੈ, ਠੇਡੇ ਖਾਈ ਦੇ। ਹਨੇਰੇ ਵਿੱਚ ਟੋਏ 'ਚ ਡਿੱਗ ਪਈਦਾ ਹੈ। ਅਗਿਆਨਤਾ ਦੇ ਅੰਧੇਰੇ ਵਿੱਚ ਪ੍ਰਮਾਤਮਾ ਦੇ ਘਰ ਦਾ ਰਾਹ ਭੁੱਲਿਆ ਹੋਇਆ ਜੀ, ਕੁਰਾਏ ਪਿਆ ਹੋਇਆ ਹੈ, ਭਟਕ ਰਿਹਾ ਹੈ। ਵਕਾਰਾਂ ਰੂਪੀ ਟੋਏ 'ਚ ਡਿੱਗ ਕੇ ਠੇਡੇ ਖਾ ਰਿਹਾ ਹੈ। ਔਗਣਾ ਰੂਪੀ ਟੋਏ 'ਚ ਡਿੱਗ ਰਿਹਾ ਹੈ। ਜੰਮਣ ਮਰਨ ਰੂਪੀ ਟੋਏ ਵਿੱਚ ਡਿੱਗ ਰਿਹਾ ਹੈ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਜੀ ਮਿਲਦੇ ਆ ਫਿਰ ਅਗਿਆਨਤਾ ਦਾ ਅੰਧਕਾਰ ਹਨੇਰਾ ਦੂਰ ਹੋ ਜਾਂਦਾ ਹੈ। ਨਾਨਕ ਹਉਮੈ ਮੇਟ ਸਮਾਏ। ਫਿਰ ਸਿੱਧਾ ਨੇ ਆਖਿਆ ਸੀ ਮਹਾਰਾਜ ਵੀ ਇਹ ਨਿਰਮਲ ਕਿਵੇਂ ਹੋਵੇ, ਪਵਿੱਤਰ ਕਿਵੇਂ ਹੋਵੇ। ਇਹ ਸਤਿਗੁਰੂ ਕਹਿੰਦੇ ਹਉਮੈ ਨੂੰ ਮੇਟ ਕਰਕੇ ਇਹ ਜੀਵ ਨਿਰਮਲ ਹੋ ਸਕਦਾ। ਹਉਮੈ ਨੇ ਇਸ ਨੂੰ ਮੈਲਾ ਕੀਤਾ ਹੋਇਆ। ਜਿਸ ਵੇਲੇ ਪੂਰੇ ਸਤਿਗੁਰੂ ਮਿਲਦੇ ਅਗਿਆਨਤਾ ਦਾ ਅੰਧੇਰਾ ਦੂਰ ਹੁੰਦਾ ਹੈ ਤੇ ਜੀਵ ਹਉਮੈ ਨੂੰ ਮੇਟਦਾ, ਇਹਦੀ ਹਉਮੈ ਮਿਟਦੀ ਹੈ ਤੇ ਹਉਮੈ ਨੂੰ ਮੇਟ ਕਰਕੇ ਫਿਰ ਪ੍ਰਮਾਤਮਾ ਪਰਮੇਸ਼ਰ ਦੇ ਵਿੱਚ ਸਮਾਈ ਕਰਦਾ ਹੈ। ਕਿਉਂਕਿ ਹਉਮੈ ਹੀ ਵਿਥ ਦਾ ਕਾਰਨ ਹੈ, ਹਉਮੈ ਹੀ ਵਿਛੋੜਨ ਦਾ ਕਾਰਨ ਹੈ, ਹਉਮੈ ਹੀ ਜੰਮਣ ਮਰਨ ਦਾ ਕਾਰਨ ਹੈ। ਹਉਮੈ ਕਰਕੇ ਮਹਾਰਾਜ ਕਹਿੰਦੇ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਹਉਮੈ ਕਰਕੇ ਹੀ ਜੀਵ ਆਉਂਦਾ ਜਾਂਦਾ, ਜੰਮਦਾ ਮਰਦਾ। ਕਿ ਜਦੋਂ ਹਉਮੈ ਮਿਟ ਜਾਂਦੀ ਹੈ ਤੇ ਫਿਰ ਗਰੀਬ ਨਵਾਜ ਸਾਹਿਬ ਕਹਿੰਦੇ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ।
ਹਉਮੈ ਨੇ ਇਸ ਨੂੰ ਮੈਲਾ ਕੀਤਾ ਹੋਇਆ। ਜਦੋਂ ਹਉਮੈ ਮਿਟ ਜਾਂਦੀ ਹੈ ਫਿਰ ਇਹ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ ਤੇ ਵਾਹਿਗੁਰੂ ਜੀ ਦੇ ਵਿੱਚ ਇਸ ਦੀ ਅਭੇਦਤਾ ਹੋ ਜਾਂਦੀ ਹੈ। ਇਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਦੇ ਸਵਾਲਾਂ ਦੇ ਜਵਾਬ ਦਿੱਤੇ। 14ਵੀਂ ਤੇ 15ਵੀਂ ਪੌੜੀ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੋਈ ਹੈ। ਸਤਿਗੁਰੂ ਜੀ ਦੀ ਬਾਣੀ ਦਾ ਬੋਧ ਗਿਆਨ ਡੂੰਘਾ ਹੈ। ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਸਤਿਗੁਰ ਮਿਲੈ ਅੰਧੇਰਾ ਜਾਏ, ਨਾਨਕ ਹਉਮੈ ਮੇਘ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।